ਵਿਆਹ ਨਹੀਂ ਕਰਾਇਆ ਪਰ ਇੰਨਾ ਸਾਰਾ ਪਰਿਵਾਰ ਇਕੱਠਾ ਕਰ ਲਿਆ ਤੁਸੀਂ। ਬਿਲਕੁਲ ਜੀ, ਇਹੋ ਹੀ ਮੇਰਾ ਪਰਿਵਾਰ ਆ ਜੀ ਸਾਰਾ। ਪਰ ਮੈਨੂੰ ਕਦੀ ਇਦਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਵਿਆਹ ਨਹੀਂ ਕਰਾਇਆ। ਪਰ ਨਹੀਂ, ਮੇਰੇ ਲਈ ਉਹ ਚੀਜ਼ਾਂ ਮਾਇਨੇ ਨਹੀਂ ਸੀ ਰੱਖਦੀਆਂ, ਉਹ ਗੱਲਾਂ। ਕਿ ਸ਼ੁਰੂਆਤ ਕਦੋਂ ਹੁੰਦੀ ਹੈ, ਇਸ ਸੇਵਾ ਦੇ ਵੱਲ ਕਦੋਂ ਆਉਣਾ ਹੋਇਆ? ਇਹ ਜਿਹੜੀ ਜਗ੍ਹਾ ਸੀਗੀ, ਇਸ ਦੇ ਵਿੱਚ ਅਸੀਂ ਸੋਚਿਆ ਸੀਗਾ ਵੀ 2 ਕਮਰੇ ਪਾਵਾਂਗੇ ਤੇ ਉਹ ਬਜ਼ੁਰਗ ਜਿਹੜੇ ਘਰੋਂ ਬੇਘਰ ਨੇ ਤੇ ਇੱਥੇ ਆਉਣਗੇ, ਆਪ ਤਾਸ਼ ਖੇਡਣਗੇ, ਚਾਹ ਪਾਣੀ ਪੀਣਗੇ ਤੇ ਆਪਦਾ ਟਾਈਮ ਮौज ਮਸਤੀ ਕਰਨਗੇ ਤੇ ਸ਼ਾਮ ਨੂੰ ਘਰਾਂ ਨੂੰ ਚਲੇ ਜਾਇਆ ਕਰਨਗੇ। ਪਰ ਇਹ ਅਸੀਂ ਜਦੋਂ ਆਸ਼ਰਮਾਂ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਸੀ ਤੇ ਅਸੀਂ ਇਹ 6 ਮਹੀਨਿਆਂ ਦੇ ਵਿੱਚ ਹੀ ਸਾਡੀ ਇਹ ਪ੍ਰਪੋਜ਼ਲ ਬਣ ਗਈ ਜੀ ਵੀ ਆਪਾਂ ਇੱਥੇ ਬਿਰਧ ਆਸ਼ਰਮ ਬਣਾਉਣਾ। ਤੇ ਇਹ ਬਿਰਧ ਆਸ਼ਰਮ 10 ਦਸੰਬਰ 1997 ਮੇਰੇ ਫਾਦਰ ਸਾਹਿਬ ਦੇ 47ਵੇਂ ਜਨਮ ਦਿਨ ਤੇ ਅਸੀਂ ਬਿਰਧ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਜੀ। ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਵੀ ਕੰਮ ਕੀਤਾ, ਬਹੁਤ ਸਾਰੇ ਗਾਣਿਆਂ 'ਚ ਵੀ ਕੰਮ ਕੀਤਾ, ਉੱਥੇ ਵੀ ਤੁਹਾਨੂੰ ਮਦਰ ਦਾ ਜਿਹੜਾ ਰੋਲ ਮਿਲਦਾ ਹੈ ਨਾ, ਇੱਕ ਮਾਂ ਦਾ ਕਿਰਦਾਰ ਤੁਸੀਂ ਟੀਵੀ ਸਕਰੀਨ 'ਤੇ ਵੀ ਨਿਭਾਉਂਦੇ ਹੋ ਔਰ ਇੱਕ ਮਾਂ ਇੱਥੇ ਵੀ ਤੁਸੀਂ ਸਭ ਦੇ ਮਾਂ ਹੀ ਹੋ ਨਾ। ਤਕਰੀਬਨ ਜਦੋਂ ਤੋਂ ਮੈਂ ਬਿਰਧ ਆਸ਼ਰਮ ਸ਼ੁਰੂ ਕੀਤਾ ਹੋਇਆ, ਤਕਰੀਬਨ ਉਸੇ ਸਮੇਂ ਤੋਂ ਹੀ ਮੈਂ ਨਾਲ ਦੀ ਨਾਲ ਥੀਏਟਰ ਵੀ ਸ਼ੁਰੂ ਕੀਤਾ ਤੇ ਆਪਣੀਆਂ ਟੈਲੀ ਮੂਵੀਜ਼, ਫੀਚਰ ਫਿਲਮਾਂ ਤੇ ਤਕਰੀਬਨ 100 ਦੇ ਕਰੀਬ ਉਹ ਜਿਹੜੇ ਸੌਂਗ ਕੀਤੇ ਨੇ ਜੀ। ਮੇਰਾ ਸ਼ੂਟਿੰਗ ਦਾ ਕੋਈ ਵੀ ਕੰਮ ਹੋਵੇ ਨਾ, ਉਹਨੂੰ ਮੈਂ ਛੱਡ ਸਕਦੀ ਹਾਂ, ਲੇਕਿਨ ਮੇਰਾ ਇੱਥੇ ਕੋਈ ਬਜ਼ੁਰਗ ਬਿਮਾਰ ਹੋਵੇ ਮੈਂ ਉਹਨੂੰ ਕਿਸੇ ਕੀਮਤ 'ਤੇ ਨਹੀਂ ਛੱਡ ਸਕਦੀ ਜੀ। ਜਦੋਂ ਅਸੀਂ ਆਏ ਸੀ ਇੱਥੇ ਆ ਕੇ ਪੁੱਛਿਆ ਤੁਸੀਂ ਕਿਤੇ, ਕਹਿੰਦੇ ਉੱਪਰ ਅਸੀਂ ਉੱਪਰ ਦੇਖਣ ਗਏ, ਤੁਸੀਂ ਬੜਾ ਇੱਟਾਂ ਚੱਕੀਆਂ, ਆਪ ਹੀ ਮਿਸਤਰੀ ਬਣੇ ਹੋਏ ਹੋ, ਰਾਜ ਮਿਸਤਰੀ ਦਾ ਕੰਮ ਵੀ ਆਪ ਹੀ ਕਰ ਰਹੇ ਹੋ ਤੁਸੀਂ, ਹੈ ਨਾ। ਤੁਸੀਂ ਇਹ ਨਹੀਂ ਸੋਚਿਆ ਕਿ ਕੋਈ ਦਿਹਾੜੀਦਾਰ ਲਿਆਂਦਾ ਜਾਵੇ ਉਹ ਕੰਮ ਕਰਾਵੇ, ਪਰ ਤੁਸੀਂ ਆਪ ਇੱਟਾਂ ਚੱਕਦੇ ਹੋ, ਸੀਮੈਂਟ ਚੱਕ ਰਹੇ ਹੋ। ਫਾਈਨੈਂਸ਼ੀਅਲੀ ਪ੍ਰੋਬਲਮ ਤੇ ਬਹੁਤ ਜ਼ਿਆਦਾ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਕੋਸ਼ਿਸ਼ ਹੈਗੀ ਹੈ ਵੀ ਮਿਸਤਰੀ ਨੂੰ ਲਾ ਲਈਏ ਤੇ ਲੇਬਰ ਜਿਹੜੀ ਹੈਗੀ ਉਹ ਸਾਰੀ ਆਪ ਕਰੀਏ, ਤੇ ਇਸ ਕਰਕੇ ਲੇਬਰ ਬਚਾਉਣ ਲੱਗੇ ਹੋਏ ਹਾਂ ਤੇ ਸਾਰੀ ਲੇਬਰ ਆਪ ਕਰ ਰਹੇ ਹਾਂ। ਮੇਰੇ ਨਾਲ ਘਟਨਾਵਾਂ ਵਾਪਰੀਆਂ ਨੇ ਵੀ ਮੈਨੂੰ ਇੱਕ ਟਾਈਮ ਇਹੋ ਜਿਹਾ ਸੀਗਾ ਕਿ ਮੈਨੂੰ ਬਾਹੋਂ ਫੜ ਕੇ ਕੁਝ 5-4 ਬੰਦੇ ਸੀਗੇ ਵੀ ਜਿਨ੍ਹਾਂ ਨੇ ਬਾਹੋਂ ਫੜ ਕੇ ਬਾਹਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਬਿਲਕੁਲ ਜੀ, ਵੀ ਅਸੀਂ ਆਸ਼ਰਮ ਨਹੀਂ ਚਲਾਉਣ ਦੇਣਾ। ਮੈਂ ਹਰ ਘਟੀਆ ਸ਼ਬਦ ਕੋਲ ਖੜ ਕੇ ਕੰਨੀ ਸੁਣਿਆ ਆਪਣੇ ਲਈ। ਲੋਕਾਂ ਦਾ ਮਕਸਦ ਕੁਝ 5-4 ਬੰਦੇ ਇੱਦਾਂ ਦੇ ਸੀਗੇ ਵੀ ਉਹਨਾਂ ਦਾ ਮਕਸਦ ਇਹ ਸੀ ਵੀ ਅਸੀਂ ਇੱਥੇ ਆਸ਼ਰਮ ਨਹੀਂ ਬਣਨ ਦੇਣਾ, ਇਹ ਸਾਡੇ ਘਰਾਂ 'ਚ ਆਉਣਗੇ, ਇੱਥੇ ਗੰਦ ਪਾਉਣਗੇ, ਇੱਥੇ ਐਂ ਕਰਨਗੇ, ਇਹ ਕਰਨਗੇ, ਉਹ ਕਰਨਗੇ। ਲੇਕਿਨ ਅੱਜ ਵੀ ਮੇਰੀ ਬਜ਼ੁਰਗ ਜਦੋਂ ਮੈਂ ਰੱਖਦੀ ਹਾਂ ਨਾ ਇੱਥੇ, ਮੈਂ ਪਹਿਲਾਂ ਉਹਨਾਂ ਨੂੰ ਇਹੀ ਕਹਿੰਦੀ ਹੁੰਦੀ ਹਾਂ ਵੀ ਮੈਂ ਕਿਸੇ ਦੇ ਘਰੇ ਨਹੀਂ ਜਾਣ ਦੇਣਾ। ਮੇਰੇ ਕੋਲੇ ਬਹਿ ਜਾਓ, ਦੁਕਾਨ ਤੇ ਚਲੇ ਜਾਓ, ਬਾਹਰ ਬੈਠ ਜਾਓ, ਜਿੱਥੇ ਮਰਜ਼ੀ ਬਹਿ ਜਾਓ, ਪਰ ਮੈਂ ਕਿਸੇ ਦੇ ਘਰੇ ਨਾ ਮੈਂ ਕੁਝ ਮੰਗਣ ਜਾਣ ਦੇਣਾ, ਨਾ ਮੈਂ ਕਿਸੇ ਦੇ ਘਰੇ ਬੈਠਣ ਦੇਣਾ। ਕਿ ਡੇਲੀ ਖਾਣਾ ਬਣਨਾ, 3 ਟਾਈਮ ਦੀ ਰੋਟੀ ਬਣਨੀ ਹੈ, ਫਿਰ ਕੱਪੜੇ ਲੀੜਿਆਂ ਦਾ ਧਿਆਨ, ਬਿਜਲੀ ਦਾ ਬਿੱਲ ਆਉਣਾ, ਪਾਣੀ, ਤੇ ਇੱਥੇ ਮੁਰੰਮਤ ਵੀ ਕਰਵਾਉਣੀ, ਇਹਨਾਂ ਦੀ ਦਵਾਈ ਦਾਰੂ ਵੀ ਚੱਲਦੀ ਹੈ। ਐਂਡ ਇਹ ਸਭ ਕੁਛ ਤੁਸੀਂ ਕਿੱਥੋਂ ਫਿਰ ਕਰਦੇ ਹੋ? ਕੋਈ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਜਾਂ ਫਿਰ ਪਰਮਾਤਮਾ ਨੂੰ ਛੱਡ ਦਿੰਦੇ ਕਿ ਆਪੇ ਕੋਈ ਦਰਵਾਜ਼ਾ ਖੁੱਲ੍ਹੇਗਾ ਤਾਂ ਜਾਏਗਾ? ਛੱਡਿਆ ਸੀ ਤਕਰੀਬਨ ਪਰਮਾਤਮਾ ਦੇ ਸਹਾਰੇ ਦੀ ਹੈ ਜੀ। ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ, ਉਹ ਜਦੋਂ ਕਹਿੰਦੇ ਹੁੰਦੇ ਆ ਸਾਫ਼ ਨੀਤਰ ਨਾਲ ਮੰਗੋ ਆਪੇ ਹੀ ਵੜ ਜਾਂਦਾ, ਠੀਕ ਹੈ ਨਾ। ਤੇ ਬਾਕੀ ਹੈਗਾ ਵੀ ਜਿਹੜਾ ਖਾਣਾ ਪੀਣਾ ਹੈਗਾ ਉਹ ਅਸੀਂ ਹੁਣ ਬਹੁਤ ਟਾਈਮ ਹੋ ਗਿਆ, 24 ਸਾਲ ਹੋ ਗਿਆ ਸਾਨੂੰ ਚਲਾਉਂਦੇ ਨੂੰ। ਹੁਣ ਸ਼ਹਿਰ ਦੇ ਵਿੱਚ ਅਸੀਂ ਕਿਸੇ ਨੂੰ ਕਹਿ ਦਈਏ ਵੀ ਸਾਨੂੰ ਦਾਲਾਂ ਦੀ ਜ਼ਰੂਰਤ ਆ, ਸਾਨੂੰ ਆਟੇ ਦੀ ਜ਼ਰੂਰਤ ਆ, ਸਾਬਣ ਤੇਲ ਦੀ ਜ਼ਰੂਰਤ ਆ, ਤੇ ਉਹ ਸਾਡੇ ਕੋਲੇ ਛੱਡ ਜਾਂਦੇ ਆ। ਬਾਕੀ ਬਿੱਲ ਵਗੈਰਾ ਹੈਗੇ ਜਿੰਨਾ ਕੁ ਮੇਰੇ ਕੋਲੇ ਹੁੰਦਾ ਉਹ ਬਾਕੀ ਤੇ ਮੈਂ ਕਰ ਲੈਂਦੀ ਹਾਂ, ਨਹੀਂ ਹੁੰਦਾ ਤੇ ਫਿਰ ਘਰਦਿਆਂ ਦਾ ਗਲਾ ਘੁੱਟੀ ਦਾ ਵੀ ਜਿੱਥੋਂ ਮਰਜ਼ੀ ਦਿਓ, ਮੈਨੂੰ ਕੋਈ ਮਤਲਬ ਨਹੀਂ ਹੈਗਾ, ਮੈਨੂੰ ਪੈਸੇ ਚਾਹੀਦੇ ਆ। ਪਰ ਮੈਂ ਆਪਣੀ ਮੰਮੀ ਦੇ ਨਾਂ 'ਤੇ ਪਤਾ ਨਹੀਂ ਕਿੰਨੇ ਵਾਰੀ ਵਿਆਜ 'ਤੇ ਪੈਸੇ ਫੜ ਚੁੱਕੀ ਹਾਂ। ਸਾਡੇ ਕੋਲ ਇੱਕ ਬਜ਼ੁਰਗ ਇੱਦਾਂ ਦਾ ਆਇਆ ਵੀ ਉਹਦਾ ਜਿਹੜਾ ਫਾਦਰ ਸੀਗਾ ਉਹ ਵੀ ਸਾਡੇ ਕੋਲੇ ਰਿਹਾ, ਉਹਦਾ ਜਿਹੜਾ ਲੜਕਾ ਸੀ ਉਹ ਵੀ ਸਾਡੇ ਕੋਲੇ ਕੁਛ ਟਾਈਮ ਰਿਹਾ, ਤੇ ਅੱਜ ਉਹਦਾ ਜਿਹੜਾ ਪੋਤਰਾ ਹੈਗਾ ਨਾ ਤੇ ਉਹ ਵੀ ਧੱਕੇ ਹੀ ਖਾ ਰਿਹਾ। ਹਾਂਜੀ, ਇਹ ਤੇ ਕਰਨੀਆਂ ਧਰਨੀਆਂ ਇੱਥੇ ਹੀ ਨੇ ਸਾਰੀਆਂ ਜੀ। ਐਵੇਂ ਕਹਿ ਦਿੰਦੇ ਆ ਲੋਕ ਨਰਕ ਆ, ਸਵਰਗ ਆ, ਜੇ ਆ ਉਹ ਆ। ਨਰਕ ਸਵਰਗ ਇੱਥੇ ਹੀ ਆ, ਗਾਂਹ ਜਾ ਕੇ ਕਿਸੇ ਨੇ ਨਹੀਂ ਦੱਸਿਆ ਵੀ ਨਰਕ ਕੀ ਆ ਤੇ ਸਵਰਗ ਕੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਜਦੋਂ ਘਰ ਦੇ ਵਿੱਚ ਧੀ ਜਨਮ ਲੈਂਦੀ ਹੈ ਤਾਂ ਹਮੇਸ਼ਾ ਕਹਿ ਦਿੰਦੇ ਹੈ ਕਿ ਬਗਾਨਾ ਧਨ ਹੈ, ਇਹ ਤਾਂ ਪਰਾਈ ਹੋ ਜਾਣੀ ਹੈ ਜਦੋਂ ਵੱਡੀ ਹੋਵੇਗੀ। ਪਰ ਇਹ ਧੀਆਂ ਤਾਂ ਨਿਆਸਰਿਆਂ ਦਾ ਆਸਰਾ ਵੀ ਬਣ ਜਾਂਦੀਆਂ ਨੇ। ਬਿਲਕੁਲ ਜੀ, ਕਹਿੰਦੇ ਨੇ ਕਿ ਜ਼ਰੂਰੀ ਨਹੀਂ ਕਿ ਘਰ ਦੇ ਵਿੱਚ ਇੱਕ ਦੀਵਾ ਜਾਂ ਲਾਈਟ ਹੀ ਰੋਸ਼ਨੀ ਕਰੇ,
ਇਹ ਧੀਆਂ ਜਿਸ ਘਰ ਵੀ ਜਾਂਦੀਆਂ ਨੇ ਉਸ ਨੂੰ ਵੀ ਰੁਸ਼ਨਾ ਦਿੰਦੀਆਂ ਨੇ। ਅੱਜ ਇੱਕ ਐਸੀ ਧੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਹੀ ਮਾਨਵਤਾ ਦੀ ਸੇਵਾ ਦੇ ਲੇਖੇ ਲਾ ਦਿੱਤੀ ਹੈ, ਮਾਨਵਤਾ ਦੇ ਨਾਮ ਲਗਾ ਦਿੱਤੀ ਹੈ। ਪਹੁੰਚੇ ਹੋਇਆਂ ਰਾਏਕੋਟ ਦੇ ਵਿੱਚ ਮੌਜੂਦ ਹੈ ਇਸ ਵੇਲੇ, ਔਰ ਰਾਏਕੋਟ ਦੇ ਵਿੱਚ ਇੱਕ ਬਿਰਧ ਆਸ਼ਰਮ ਚੱਲ ਰਿਹਾ ਹੈ ਔਰ ਉੱਥੇ ਦੀ ਇਹ ਦੇਖਭਾਲ ਕਰਦੇ ਨੇ ਬਹੁਤ ਸਾਰੇ ਜਿਹੜੇ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਜਾਂ ਜਿਨ੍ਹਾਂ ਨੂੰ ਆਪਣਿਆਂ ਨੇ ਹੀ ਘਰ ਤੋਂ ਦੁਰਕਾਰ ਦਿੱਤਾ ਹੈ, ਇਹ ਉਹਨਾਂ ਦੇ ਲਈ ਆਸਰਾ ਬਣੇ ਹੋਏ ਨੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਰਵੀ ਦੇਵਗੌਰ ਹੁਣੀ। ਡੇਲੀ ਪੋਸਟ ਪੰਜਾਬੀ ਤੇ ਸਵਾਗਤ ਕਰਾਂਗੇ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਹਾਂ, ਠੀਕ ਠਾਕ ਹੋ ਆਪ ਜੀ? ਬਿਲਕੁਲ ਠੀਕ ਠਾਕ ਜੀ, ਵਧੀਆ ਵਧੀਆ। ਸਭ ਤੋਂ ਵੱਡੀ ਗੱਲ ਹੁੰਦੀ ਕਿ ਇੱਕ ਦੋ ਬੇਟੀ ਇੰਨਾ ਵੱਡਾ ਕਦਮ ਚੱਕੇ ਘਰ ਦੇ ਵਿੱਚ ਔਰ ਸੇਵਾ ਕਰੇ, ਸਭ ਤੋਂ ਵੱਡਾ ਤਿਆਗ ਇਹ ਕਰ ਦੇਵੇ ਕਿ ਉਹ ਗ੍ਰਹਿਸਥ ਜੀਵਨ 'ਚ ਹੀ ਨਾ ਪਵੇ। ਵਿਆਹ ਨਹੀਂ ਕਰਾਇਆ ਪਰ ਇੰਨਾ ਸਾਰਾ ਪਰਿਵਾਰ ਇਕੱਠਾ ਕਰ ਲਿਆ ਤੁਸੀਂ। ਬਿਲਕੁਲ ਜੀ, ਇਹੋ ਹੀ ਮੇਰਾ ਪਰਿਵਾਰ ਆ ਜੀ ਸਾਰਾ। ਪਰ ਮੈਨੂੰ ਕਦੀ ਇਦਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਵਿਆਹ ਨਹੀਂ ਕਰਾਇਆ। ਪਰ ਨਹੀਂ, ਮੇਰੇ ਲਈ ਉਹ ਚੀਜ਼ਾਂ ਮਾਇਨੇ ਨਹੀਂ ਸੀ ਰੱਖਦੀਆਂ ਉਹ ਗੱਲਾਂ। ਪਰ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਇਹ ਆ। ਮੈਂ ਇਹਨਾਂ ਤੋਂ ਬਿਨਾ ਮੈਂ ਨਹੀਂ ਰਹਿ ਸਕਦੀ, ਨਾ ਇਹ ਮੇਰੇ ਤੋਂ ਬਿਨਾ ਰਹਿ ਸਕਦੇ ਤੇ ਨਾ ਮੈਂ ਇਹਨਾਂ ਤੋਂ ਬਿਨਾ ਰਹਿ ਸਕਦੀ ਹਾਂ ਜੀ। ਇਹ ਬਹੁਤ ਵੱਡੀ ਸੇਵਾ ਹੈ, ਮਾਨਵਤਾ ਦੀ ਸੇਵਾ ਕਰਨੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ। ਔਰ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਸ਼ੁਰੂਆਤ ਕਦੋਂ ਹੁੰਦੀ ਹੈ, ਇਸ ਸੇਵਾ ਦੇ ਵੱਲ ਕਦੋਂ ਆਉਣਾ ਹੋਇਆ? ਮੇਰਾ ਨਾ ਮੇਰੀ ਦਾਦੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਜੀ। ਖਾਣਾ ਪੀਣਾ, ਸੌਣਾ, ਬੈਠਣਾ, ਜਿੱਥੇ ਵੀ ਉਹਨੇ ਜਾਣਾ, ਇੱਕ ਸਕੂਲ ਟਾਈਮ ਤੋਂ ਬਿਨਾ ਮੈਂ ਹਰ ਵਕਤ ਉਹਦੇ ਨਾਲ ਹੁੰਦੀ ਸੀਗੀ। ਅੱਛਾ ਜੀ। ਤੇ ਬਹੁਤ ਜ਼ਿਆਦਾ ਲਗਾਓ ਸੀਗਾ। ਤੇ ਸਾਡੇ ਮੇਰੇ ਫਾਦਰ ਸਾਹਿਬ, ਉਹਨਾਂ ਦਾ ਵੀ ਬਹੁਤ ਜ਼ਿਆਦਾ, ਮਦਰ ਦੇ ਨਾਲ ਵੀ, ਤੇ ਤਕਰੀਬਨ ਸਾਡੇ ਸਾਰੇ ਪਰਿਵਾਰ ਦਾ ਹੀ ਇਹ ਸੀਗਾ ਵੀ ਸਾਡੇ ਘਰ ਦੇ ਵਿੱਚ ਨਾ ਕੋਈ ਬਜ਼ੁਰਗ ਹੋਣਾ ਚਾਹੀਦਾ। ਤੇ ਜਦੋਂ ਮੇਰੀ ਦਾਦੀ ਦੀ ਡੈਥ ਹੋਈ ਤੇ ਸਾਨੂੰ ਕਾਫੀ ਟਾਈਮ ਇਹ ਮਹਿਸੂਸ ਹੁੰਦਾ ਰਿਹਾ ਵੀ ਸਾਡੇ ਕੋਲੋਂ ਪਤਾ ਨਹੀਂ ਕੀ ਖੁੱਸ ਗਿਆ, ਕੀ ਖਤਮ ਹੋ ਗਿਆ ਸਾਡੇ ਕੋਲੋਂ, ਕੀ ਚਲਿਆ ਗਿਆ ਸਾਡੇ ਕੋਲੋਂ। ਤੇ ਅਸੀਂ ਮੰਮੀ ਨੂੰ ਮੇਰੇ ਖਿਆਲ 'ਚ ਕਿੰਨਾ ਟਾਈਮ ਪੁੱਛਦੇ ਰਹੇ ਹਾਂ ਵੀ ਸਾਨੂੰ ਤੇ ਦਾਦੀ ਚਾਹੀਦੀ ਆ, ਸਾਨੂੰ ਬੇਬੇ ਚਾਹੀਦੀ ਆ, ਕਿੱਥੇ ਆ। ਤੇ ਫਿਰ ਅਸੀਂ ਕੁਛ ਕੁ ਆਸ਼ਰਮਾਂ ਦੇ ਵਿੱਚ ਜਾ ਕੇ ਵਿਜ਼ਿਟ ਕਰਨਾ ਸ਼ੁਰੂ ਕੀਤਾ ਜੀ। ਉੱਥੋਂ ਜਦੋਂ ਵਿਜ਼ਿਟ ਕਰਨਾ ਸ਼ੁਰੂ ਕੀਤਾ, ਜਿਹੜੀ ਜਗ੍ਹਾ ਹੈਗੀ ਆ, ਇਹ ਅਸੀਂ ਮੱਝ ਗਾਂ ਰੱਖਦੇ ਆ ਘਰੇ, ਤੇ ਪਾਥੀ ਗੋਹਾ ਪੱਥਣ ਵਾਸਤੇ ਜਗ੍ਹਾ ਲਈ ਸੀਗੀ ਵੀ ਚੱਲ ਪਾਥੀਆਂ ਪੁੱਥੀਆਂ ਪੱਥਿਆ ਕਰਾਂਗੇ ਇੱਥੇ। ਪਰ ਇੱਥੇ ਪਾਥੀਆਂ ਤੇ ਅਸੀਂ ਨਹੀਂ ਪੱਥੀਆਂ, ਪਰ ਇਹ ਬਜ਼ੁਰਗਾਂ ਲਈ ਰਹਿਣ ਬਸੇਰਾ ਬਣ ਗਿਆ। ਤੇ ਫਿਰ ਸਾਨੂੰ ਜਦੋਂ ਅਸੀਂ ਬਜ਼ੁਰਗਾਂ ਨੂੰ ਉੱਥੇ ਜਾਣਾ ਸ਼ੁਰੂ ਕੀਤਾ, ਵਿਜ਼ਿਟ ਕਰਨਾ ਸ਼ੁਰੂ ਕੀਤਾ, ਤੇ ਇੱਥੇ ਵੀ ਅਸੀਂ ਦੇਖਣਾ ਵੀ ਬਜ਼ੁਰਗ ਲਵਾਰਿਸ ਅਵਾਰਾ ਇੱਧਰ ਲਵਾਰਿਸ ਤੁਰੇ ਫਿਰਦੇ ਨੇ। ਤੇ ਕਿਤੋਂ ਨਾ ਕਿਤੋਂ ਕਈ ਵਾਰੀ ਅਸੀਂ ਦੇਖਣਾ ਵੀ ਬਜ਼ੁਰਗ, ਮੈਂ 2-3 ਵਾਰੀ ਫੜ ਕੇ ਵੀ ਲੈ ਕੇ ਆਈਆਂ ਬਜ਼ੁਰਗਾਂ ਨੂੰ, ਕਿਤੇ ਇੱਧਰੋਂ ਉੱਧਰੋਂ ਤੁਰੇ ਫਿਰਦੇ, ਖੂਨ ਨਾਲ ਲੱਥ-ਪੱਥ ਹੋਏ ਵੇ ਹੁੰਦੇ, ਤੇ ਜਿਹੜੇ ਘਰੋਂ ਬੇਘਰ ਕੀਤੇ ਹੋਇਆ। ਤੇ ਉਹ ਨਾ ਤਕਰੀਬਨ ਸਾਰੀ ਫੈਮਿਲੀ ਨੂੰ ਇਦਾਂ ਹੀ ਸੀਗਾ ਕਿ ਜਦੋਂ ਸਾਡੇ ਆਪਣੇ ਬਜ਼ੁਰਗਾਂ ਦੇ ਨਾਲ ਇੰਨਾ ਪਿਆਰ ਹੋਵੇ ਤੇ ਅਸੀਂ ਦੂਸਰੇ ਬਜ਼ੁਰਗ ਨੂੰ ਇਦਾਂ ਦੇਖ ਹੀ ਨਹੀਂ ਸਕਦੇ, ਕਿਉਂਕਿ ਪਰਿਵਾਰ ਦੇ ਜਿਹੜੇ ਸੰਸਕਾਰ ਸੀ ਉਹੀ ਇਦਾਂ ਦੇ ਸੀਗੇ। ਤੇ ਬਾਕੀ ਸਾਡੀ ਇਮੋਸ਼ਨਲ ਅਟੈਚਮੈਂਟ ਥੋੜ੍ਹੀ ਜਿਹੀ ਬਜ਼ੁਰਗਾਂ ਨਾਲ ਜ਼ਿਆਦਾ ਸੀਗੀ। ਤੇ ਫਿਰ ਅਸੀਂ ਇਹ ਜਿਹੜੀ ਜਗ੍ਹਾ ਸੀਗੀ, ਇਸ ਦੇ ਵਿੱਚ ਅਸੀਂ ਸੋਚਿਆ ਸੀਗਾ ਵੀ 2 ਕਮਰੇ ਪਾਵਾਂਗੇ, ਤੇ ਉਹ ਬਜ਼ੁਰਗ ਜਿਹੜੇ ਘਰੋਂ ਬੇਘਰ ਨੇ ਤੇ ਇੱਥੇ ਆਉਣਗੇ, ਆਪ ਤਾਸ਼ ਖੇਡਣਗੇ, ਚਾਹ ਪਾਣੀ ਪੀਣਗੇ, ਤੇ ਆਪਦਾ ਟਾਈਮ ਮੌਜ ਮਸਤੀ ਕਰਨਗੇ, ਤੇ ਸ਼ਾਮ ਨੂੰ ਘਰਾਂ ਨੂੰ ਚਲੇ ਜਾਇਆ ਕਰਨਗੇ। ਪਰ ਇਹ ਅਸੀਂ ਜਦੋਂ ਆਸ਼ਰਮਾਂ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਸੀ, ਤੇ ਅਸੀਂ ਇਹ 6 ਮਹੀਨਿਆਂ ਦੇ ਵਿੱਚ ਹੀ ਸਾਡੀ ਇਹ ਪ੍ਰਪੋਜ਼ਲ ਬਣ ਗਈ ਜੀ ਵੀ ਆਪਾਂ ਇੱਥੇ ਬਿਰਧ ਆਸ਼ਰਮ ਬਣਾਉਣਾ। ਤੇ ਇਹ ਬਿਰਧ ਆਸ਼ਰਮ 10 ਦਸੰਬਰ 1997 ਮੇਰੇ ਫਾਦਰ ਸਾਹਿਬ ਦੇ 47ਵੇਂ ਜਨਮ ਦਿਨ ਤੇ ਅਸੀਂ ਬਿਰਧ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਜੀ। ਤੇ ਫਿਰ ਅਸੀਂ ਇਹਨੂੰ ਬਿਰਧ ਆਸ਼ਰਮ ਦਾ ਨਾਮ ਦੇ ਦਿੱਤਾ ਸੀਗਾ ਜੀ। ਤੁਹਾਡੇ ਫਾਦਰ ਸਾਹਿਬ ਨੇ ਪਹਿਲਾਂ ਹੀ ਸ਼ੁਰੂਆਤ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਇੱਧਰ ਵੱਲ ਨੂੰ ਆਏ ਹੋ? ਬਿਲਕੁਲ ਜੀ, ਹਾਂਜੀ। ਮੇਰੇ ਫਾਦਰ ਸਾਹਿਬ ਨੇ ਜਗ੍ਹਾ ਜਿਹੜੀ ਹੈਗੀ ਆ ਉਹ ਮੇਰੇ ਮਦਰ ਨੇ ਡੋਨੇਟ ਕੀਤੀ ਹੋਈ ਆ। ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ। ਫਾਦਰ ਸਾਹਿਬ ਮੇਰੇ 2 ਸਾਲ ਬਾਅਦ ਬਿਮਾਰ ਰਹਿਣ ਲੱਗੇ ਸੀਗੇ, ਤੇ ਉਹ 7 ਸਾਲ ਬਾਅਦ ਉਹ ਐਕਸਪਾਇਰ ਹੋ ਗਏ ਸੀ। 22 ਫਰਵਰੀ 2005 ਦੇ ਵਿੱਚ ਉਹ ਐਕਸਪਾਇਰ ਹੋ ਗਏ ਸੀਗੇ। ਤੇ ਉਹਨਾਂ ਦਾ ਲਾਸਟ ਬਚਨ ਇਹ ਸੀਗਾ ਕਿ ਤੂੰ ਇਹ ਆਸ਼ਰਮ ਚਲਾਉਣਾ, ਇਹਨੂੰ ਕਿੱਦਾਂ ਚਲਾਉਣਾ ਇਹ ਤੇਰੀ ਰਿਸਪੌਂਸਿਬਿਲਟੀ ਆ, ਲੇਕਿਨ ਇਹ ਆਸ਼ਰਮ ਬੰਦ ਨਹੀਂ ਹੋਣਾ ਚਾਹੀਦਾ, ਤੇ ਇਹ ਹੁਣ ਬਾਕੀ ਸਾਰੀ ਜ਼ਿੰਮੇਵਾਰੀ ਤੇਰੀ ਆ, ਤੇ ਆਸ਼ਰਮ ਚਲਾਉਣਾ ਹੀ ਚਲਾਉਣਾ ਆ। ਮਤਲਬ ਇੱਕ ਬੇਟੀ ਨੇ ਆਪਣੇ ਬਾਪ ਦਾ ਮਾਣ ਰੱਖਿਆ ਹੈ, ਜਿਸ ਕਰਕੇ ਉਹ ਅੱਜ ਇੱਥੇ ਹੈ। ਸੋ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਵੀ ਕੰਮ ਕੀਤਾ, ਬਹੁਤ ਸਾਰੇ ਗਾਣਿਆਂ 'ਚ ਵੀ ਕੰਮ ਕੀਤਾ, ਉੱਥੇ ਵੀ ਤੁਹਾਨੂੰ ਮਦਰ ਦਾ ਜਿਹੜਾ ਰੋਲ ਮਿਲਦਾ ਹੈ ਨਾ, ਇੱਕ ਮਾਂ ਦਾ ਕਿਰਦਾਰ ਤੁਸੀਂ ਟੀਵੀ ਸਕਰੀਨ 'ਤੇ ਵੀ ਨਿਭਾਉਂਦੇ ਹੋ, ਔਰ ਇੱਕ ਮਾਂ ਇੱਥੇ ਵੀ ਤੁਸੀਂ ਸਭ ਦੇ ਮਾਂ ਹੀ ਹੋ ਨਾ। ਤਕਰੀਬਨ ਜਦੋਂ ਤੋਂ ਮੈਂ ਬਿਰਧ ਆਸ਼ਰਮ ਸ਼ੁਰੂ ਕੀਤਾ ਹੋਇਆ, ਤਕਰੀਬਨ ਉਸੇ ਸਮੇਂ ਤੋਂ ਹੀ ਮੈਂ ਨਾਲ ਦੀ ਨਾਲ ਥੀਏਟਰ ਵੀ ਸ਼ੁਰੂ ਕੀਤਾ, ਤੇ ਆਪਣੀਆਂ ਟੈਲੀ ਮੂਵੀਜ਼, ਫੀਚਰ ਫਿਲਮਾਂ, ਤੇ ਤਕਰੀਬਨ 100 ਦੇ ਕਰੀਬ ਉਹ ਜਿਹੜੇ ਸੌਂਗ ਕੀਤੇ ਨੇ ਜੀ। ਬਿਲਕੁਲ ਨਾਮੀ ਕਲਾਕਾਰਾਂ ਦੇ ਨਾਲ ਸੌਂਗ ਨੇ।
ਤੇ ਮੇਰੀਆਂ ਤਕਰੀਬਨ 20 ਕੁ ਦੇ ਕਰੀਬ ਜਿਹੜੀਆਂ ਹੈਗੀਆਂ ਨੇ ਉਹ ਐਜ਼ ਏ ਅਸਿਸਟੈਂਟ ਡਾਇਰੈਕਟਰ ਟੈਲੀ ਮੂਵੀਜ਼ ਨੇ ਜੀ। ਤੇ ਟੈਲੀ ਮੂਵੀਜ਼ ਤਕਰੀਬਨ ਹੈਗੀਆਂ 60 ਕੁ ਦੇ ਕਰੀਬ। ਪਰ ਜੋ ਮੇਰਾ ਫਿਲਮਾਂ ਦੇ ਵਿੱਚ ਰੋਲ ਹੈਗਾ ਮਦਰ ਦਾ, ਮੈਂ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਮੇਰੀ ਫਰਸਟ ਪਰਫਾਰਮੈਂਸ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਅਗਰ ਮੈਂ ਫਿਲਮਾਂ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਕੰਮ ਕੀਤਾ ਤੇ ਉਹ ਮਦਰ ਦਾ ਹੀ ਰੋਲ ਸੀ। ਤੇ ਆਲਰੇਡੀ ਜੋ ਮੇਰਾ ਇੱਥੇ ਦਾ ਵੀ ਜਿਹੜਾ ਹੈਗਾ ਉਹ ਵੀ ਮਦਰ ਦਾ ਹੀ ਆ ਤੇ ਉਧਰ ਦਾ ਵੀ ਮਦਰ ਦਾ ਹੀ ਆ ਤੇ ਹੁਣ ਮਾਈਂਡ ਦੇ ਵਿੱਚ ਕੁਝ ਹੋਰ ਜਾਂਦਾ ਹੀ ਨਹੀਂ ਹੈਗਾ। ਇਹ ਕਿੰਨਾ ਵਧੀਆ ਲੱਗਦਾ ਨਾ ਕਿ ਇੱਕ ਤਾਂ ਮਾਂ ਆਪਣੇ ਬੱਚੇ ਨੂੰ ਕੁੱਖ ਚੋਂ ਜਨਮ ਦਿੰਦੀ ਹੈ ਤਾਂ ਫਿਰ ਉਹ ਆਪਣੀ ਮਾਂ ਕਹਿਲਾਉਣ ਦੇ ਲਾਇਕ ਹੁੰਦੀ ਹੈ ਨਾ। ਤੁਸੀਂ ਗਾਣਿਆਂ 'ਚ ਵੀ ਫਿਲਮਾਂ 'ਚ ਵੀ ਔਰ ਇਹ ਜਿੰਨੇ ਸਾਰੇ ਸਾਡੇ ਪਿੱਛੇ ਬੈਠੇ ਹੋਏ ਨੇ ਨਾ ਇਹ ਵੀ ਤੁਹਾਨੂੰ ਮੰਮੀ ਕਹਿ ਕੇ ਸੱਦਦੇ ਨੇ। ਜਦੋਂ ਅਸੀਂ ਆਏ ਸੀ ਤੁਸੀਂ ਬੜਾ ਉਹਨਾਂ ਨੇ ਕਿਹਾ ਸੀਗਾ ਅਸੀਂ ਰਵੀ ਜੀ ਨੂੰ ਮਿਲਣਾ ਕਿੱਥੇ, ਕਹਿੰਦੇ ਮੰਮੀ ਉੱਪਰ ਹੈ। ਜੀ ਉਹ ਫਿਰ ਹੁਣ ਜਦੋਂ ਬੱਚਿਆਂ ਨੂੰ ਅਸੀਂ ਮਦਰ ਵਾਲਾ ਪਿਆਰ ਦੇਣਾ ਜੀ ਆਲਰੇਡੀ ਬੱਚਿਆਂ ਦੇ ਮਨ ਵਿੱਚ ਉੱਦਾਂ ਦਾ ਹੀ ਪ੍ਰਭਾਵ ਜਾਂਦਾ ਕਿ ਇਹ ਸਾਡੀ ਮਦਰ ਹੈ। ਮੇਰੇ ਕੋਲ ਹੁਣ 80 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਵੀ ਮੈਨੂੰ ਇਹੋ ਹੀ ਕਹਿੰਦੇ ਆ ਵੀ ਤੂੰ ਹੀ ਸਾਡੀ ਮਾਂ ਆ, ਤੂੰ ਹੀ ਸਾਡੀ ਭੈਣ ਆ, ਸਾਰਾ ਕੁਝ ਤੂੰ ਹੀ ਆ। ਵੈਸੇ ਜੇ ਅੱਜ ਦੀ ਜ਼ਿੰਦਗੀ ਦੀ ਗੱਲ ਕਰੀਏ ਬੜੀ ਚਕਾਚੌਂਧ ਵਾਲੀ ਹੈ। ਅਸੀਂ ਜਦੋਂ ਇੱਕ ਫਿਲਮ ਕਰ ਲਈਏ ਨਾ ਤਾਂ ਸਾਡੇ ਮਨ 'ਚ ਹੁੰਦਾ ਕਿ ਲੈ ਸਾਨੂੰ ਤਾਂ ਇੰਨੀਆਂ ਫਿਲਮਾਂ ਮਿਲ ਗਈਆਂ, ਇੰਨੇ ਗਾਣੇ ਮਿਲ ਗਏ, ਅਸੀਂ ਇਹੋ ਜਿਹੀ ਲਾਈਫ ਤੋਂ ਕੀ ਕਰਨਾ ਹੈ ਨਾ। ਤਾਂ ਫਿਰ ਤੁਸੀਂ ਉਹ ਵੀ ਨਾਲ ਬੈਲੈਂਸ ਕਰਦੇ ਹੋ, ਇੱਧਰ ਵੀ ਸਮਾਂ ਦਿੰਦੇ ਹੋ। ਤੇ ਇਹ ਨਹੀਂ ਕਦੀ ਆਇਆ ਕਿ ਨਹੀਂ ਫਾਦਰ ਸਾਹਿਬ ਨੇ ਕਿਹਾ ਸੀ ਕੋਈ ਬੰਦਾ ਰੱਖ ਲੈਂਦੇ ਉਹ ਦੇਖਭਾਲ ਕਰ ਲੂ, ਆਪ ਮੈਂ ਫਿਲਮਾਂ ਵੱਲ ਜਾਣੀ ਹੈ ਜਾਂ ਮੈਂ ਹੋਰ ਅੱਗੇ ਦੀ ਜਿਹੜੀ ਜ਼ਿੰਦਗੀ ਆ ਉਹ ਗੁਜ਼ਾਰ ਲਈਏ? ਨਹੀਂ ਜੀ, ਮੈਂ ਨਾ ਜਿਹੜਾ ਥੀਏਟਰ ਸ਼ੁਰੂ ਕੀਤਾ ਉਹ ਮੇਰਾ ਸ਼ੌਕ ਆ, ਲੇਕਿਨ ਇਹ ਮੇਰਾ ਜਨੂਨ ਆ। ਆਪਾਂ ਕਹਿੰਦੇ ਆ ਨਾ ਵੀ ਅਸੀਂ ਕਿਸੇ ਚੀਜ਼ ਨੂੰ ਇਸ਼ਕ ਕੀਤਾ, ਉਹ ਮੇਰੇ ਲਈ ਆਸ਼ਰਮ ਆ ਜੀ। ਇਹਦੇ ਤੋਂ ਬਿਨਾਂ ਨਾ ਮੈਂ ਰਹਿ ਸਕਦੀ ਹਾਂ, ਨਾ ਮੈਂ ਇਹਨੂੰ ਛੱਡ ਸਕਦੀ ਹਾਂ। ਮੇਰਾ ਸ਼ੂਟਿੰਗ ਦਾ ਕੋਈ ਵੀ ਕੰਮ ਹੋਵੇ ਨਾ ਉਹਨੂੰ ਮੈਂ ਛੱਡ ਸਕਦੀ ਹਾਂ, ਲੇਕਿਨ ਮੇਰਾ ਇੱਥੇ ਕੋਈ ਬਜ਼ੁਰਗ ਬਿਮਾਰ ਹੋਵੇ ਮੈਂ ਉਹਨੂੰ ਕਿਸੇ ਕੀਮਤ 'ਤੇ ਨਹੀਂ ਛੱਡ ਸਕਦੀ ਜੀ। ਮੇਰਾ ਕੋਈ ਵੀ ਬਜ਼ੁਰਗ ਬਿਮਾਰ ਆ, ਕਿਸੇ ਤਰ੍ਹਾਂ ਦੀ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਆ, ਮੈਨੂੰ ਕੋਈ 4 ਦਿਨ ਕੰਮ ਆ ਜੇ ਮੇਰਾ ਉਹਨੂੰ ਜਵਾਬ ਹੋਊਗਾ, ਲੇਕਿਨ ਮੈਂ ਆਸ਼ਰਮ ਨੂੰ ਪਹਿਲ ਦਿੰਦੀ ਹਾਂ ਜੀ। ਬੜੀ ਸਾਦਗੀ ਔਰ ਨਿਮਰਤਾ ਤੁਹਾਡੇ 'ਚ। ਜਦੋਂ ਅਸੀਂ ਆਏ ਸੀ ਇੱਥੇ ਆ ਕੇ ਪੁੱਛਿਆ ਤੁਸੀਂ ਕਿਤੇ, ਕਹਿੰਦੇ ਉੱਪਰ ਅਸੀਂ ਉੱਪਰ ਦੇਖਣ ਗਏ, ਤੁਸੀਂ ਬੜਾ ਇੱਟਾਂ ਚੱਕੀਆਂ, ਆਪ ਹੀ ਮਿਸਤਰੀ ਬਣੇ ਹੋਏ ਹੋ, ਰਾਜ ਮਿਸਤਰੀ ਦਾ ਕੰਮ ਵੀ ਆਪ ਹੀ ਕਰ ਰਹੇ ਹੋ ਤੁਸੀਂ, ਹੈ ਨਾ। ਤੁਸੀਂ ਇਹ ਨਹੀਂ ਸੋਚਿਆ ਕਿ ਕੋਈ ਦਿਹਾੜੀਦਾਰ ਲਿਆਂਦਾ ਜਾਵੇ ਉਹ ਕੰਮ ਕਰਾਵੇ, ਪਰ ਤੁਸੀਂ ਆਪ ਇੱਟਾਂ ਚੱਕਦੇ ਹੋ, ਸੀਮੈਂਟ ਚੱਕ ਰਹੇ ਹੋ। ਸਾਡੇ ਕੋਲੇ ਨਾ ਇਸ ਵੇਲੇ ਜਿਹੜੇ ਬਜ਼ੁਰਗ ਨੇ ਜੀ ਉਹ ਇੱਕ ਤੇ ਲੋਕਡਾਊਨ ਕਰਕੇ ਥੋੜੇ ਜਿਹੇ ਲੋਕ ਬੜੇ ਪਰੇਸ਼ਾਨ ਨੇ, ਬਜ਼ੁਰਗ ਸਾਡੇ ਕੋਲੇ ਆ ਰਹੇ ਨਹੀਂ ਤੇ ਲੇਕਿਨ ਸਾਡੇ ਕੋਲੇ ਜਿਹੜੀ ਬਜ਼ੁਰਗਾਂ ਦੇ ਰਹਿਣ ਵਾਲੀ ਜਗ੍ਹਾ ਹੈਗੀ ਉਹ ਸਾਡੇ ਕੋਲੇ ਘੱਟ ਆ। ਤੇ ਹੁਣ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਉੱਪਰ 6 ਕਮਰੇ ਪਾਉਣੇ ਸ਼ੁਰੂ ਕੀਤੇ ਆ। ਤੇ ਉਹ ਜਿਹੜੇ 6 ਕਮਰੇ ਪਾਉਣੇ ਸ਼ੁਰੂ ਕੀਤੇ ਆ ਇਹ ਹੈਗਾ ਵੀ ਚਲੋ ਜਿੰਨਾ ਕੁ ਸਾਨੂੰ ਦਾਨੀ ਸੱਜਣਾ ਨੇ ਸਹਿਯੋਗ ਦਿੱਤਾ, ਕਿਸੇ ਨੇ 1000 ਇੱਟ ਦਿੱਤੀ ਆ, ਕਿਸੇ ਨੇ 2000 ਇੱਟ ਦਿੱਤੀ ਆ। ਕੋਸ਼ਿਸ਼ ਇਹੀ ਹੈਗੀ ਆ ਵੀ ਫਾਈਨੈਂਸ਼ੀਅਲੀ ਪ੍ਰੋਬਲਮ ਤੇ ਬਹੁਤ ਜ਼ਿਆਦਾ ਹੈਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਕੋਸ਼ਿਸ਼ ਹੈਗੀ ਆ ਵੀ ਮਿਸਤਰੀ ਨੂੰ ਲਾ ਲਈਏ ਤੇ ਲੇਬਰ ਜਿਹੜੀ ਹੈਗੀ ਆ ਉਹ ਸਾਰੀ ਆਪ ਕਰੀਏ। ਤੇ ਇਸ ਕਰਕੇ ਲੇਬਰ ਬਚਾਉਣ ਲੱਗੇ ਹੋਏ ਆ ਤੇ ਸਾਰੀ ਲੇਬਰ ਆਪ ਕਰ ਰਹੇ ਆ, ਆਪ ਕੰਮ। ਅਸੀਂ ਇੱਥੇ ਦੇ ਗੱਲ ਕਰੀਏ ਤਾਂ ਹੁਣ ਤੁਹਾਡੇ ਕੋਲ ਕਿੰਨੇ ਰਹਿ ਰਹੇ ਨੇ ਜਿਹੜੇ ਇੱਥੇ ਤੋਂ ਤੁਸੀਂ ਜਿਨ੍ਹਾਂ ਨੂੰ ਆਸਰਾ ਦਿੱਤਾ ਹੋਇਆ? ਇਸ ਤੋਂ ਪਹਿਲਾਂ ਕਿੰਨੇ ਆਏ ਔਰ ਕਿੰਨੇ ਗਏ? ਕਈਆਂ ਦੀ ਮੌਤ ਵੀ ਇਸ ਘਰ ਦੇ ਵਿੱਚ ਹੋਈ ਹੋਵੇਗੀ। ਮੈਨੂੰ ਬਿਰਧ ਆਸ਼ਰਮ ਚਲਾਉਂਦੀ ਨੂੰ 24 ਸਾਲ ਹੋ ਗਏ ਜੀ। ਮੇਰੇ ਖਿਆਲ 'ਚ 24 ਸਾਲਾਂ ਦੇ ਵਿੱਚ 50 ਦੇ ਕਰੀਬ ਤਾਂ ਸਾਡੇ ਕੋਲੇ ਬਜ਼ੁਰਗ ਐਕਸਪਾਇਰ ਹੋ ਗਏ ਨੇ ਜੀ। ਤੇ ਇਸ ਟਾਈਮ ਸਾਡੇ ਕੋਲ ਹੈਗੇ ਆ 15 ਦੇ ਕਰੀਬ ਬਜ਼ੁਰਗ। ਤੇ ਲੇਕਿਨ ਬਜ਼ੁਰਗ ਨੇ ਜਿਹੜੇ ਉਹ ਆਉਂਦੇ ਜਾਂਦੇ ਰਹਿੰਦੇ ਆ। ਕਈ ਵਾਰੀ ਕੋਈ ਘਰੋਂ ਗੁੱਸੇ ਗਿੱਲੇ ਹੋ ਕੇ ਆ ਗਿਆ, ਚਲੋ ਮਨਾ ਕੇ ਵੀ ਭੇਜ ਦੇਈਦਾ। ਤੇ ਜਿਨ੍ਹਾਂ ਦਾ ਕੋਈ ਸਹਾਰਾ ਹੈ ਨਹੀਂ ਗਾ ਉਹ ਤੇ ਸਾਡੇ ਕੋਲੇ ਹੈਗੇ ਹੀ ਹੈਗੇ ਆ। ਹਾਂਜੀ, ਜਦੋਂ ਤੁਸੀਂ ਇਹਨਾਂ ਨੂੰ ਬੜੇ ਮਾਂ ਬਣ ਕੇ ਪਾਲਦੇ ਹੋ, ਜਦੋਂ ਕੋਈ ਇੱਥੇ ਜਿੱਦੀ ਮੌਤ ਹੁੰਦੀ ਹੈ ਨਾ ਤਾਂ ਫਿਰ ਉਹ ਤੁਸੀਂ ਉਹਨਾਂ ਦਾ ਸੰਸਕਾਰ ਕਰਦੇ ਹੋ ਤਾਂ ਉਦੋਂ ਕਿਸ ਤਰੀਕੇ ਨਾਲ ਅੰਤਿਮ ਰਸਮਾਂ ਨਿਭਾਈਆਂ ਜਾਂਦੀਆਂ ਨੇ? ਉਦੋਂ ਬੜਾ ਭਾਵੁਕ ਵੀ ਹੁੰਦੇ ਹੋਵੋਗੇ। ਬਿਲਕੁਲ ਭਾਵੁਕ ਹੁੰਦੇ ਆ ਜੀ। ਅਕਸਰ ਨੂੰ ਜੋ ਸਾਡੇ ਕੋਲੇ ਅਸੀਂ ਕਿਸੇ ਦੇ ਕੋਲੇ ਉੱਦਾਂ ਵੀ 4 ਦਿਨ ਰਹਿ ਜਾਈਏ ਨਾ ਤੇ ਉਹਦੇ ਨਾਲ ਵੀ ਸਾਡੀ ਕੋਈ ਨਾ ਕੋਈ ਅਟੈਚਮੈਂਟ ਹੋ ਜਾਂਦੀ ਆ। ਹੁਣ ਜਿਹੜੇ ਮੇਰੇ ਕੋਲੇ ਇੱਥੇ 5 ਸਾਲ 7 ਸਾਲ ਰਹਿ ਕੇ ਕਿਸੇ ਦੀ ਡੈਥ ਹੁੰਦੀ ਆ ਆਲਰੇਡੀ ਉਹਨਾਂ ਦੀ ਸਾਡੇ ਨਾਲ ਇਮੋਸ਼ਨਲ ਅਟੈਚਮੈਂਟ ਹੈਗੀ ਆ। ਅਕਸਰ ਨੂੰ ਜਦੋਂ ਡੈਥ ਹੁੰਦੀ ਆ ਤੇ ਥੋੜਾ ਜਿਹਾ ਭਾਵੁਕ ਤਾਂ ਬੰਦਾ ਹੁੰਦਾ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਤਕਰੀਬਨ ਸਾਡੇ ਕੋਲੇ 50 ਦੇ ਕਰੀਬ ਨੇ ਜਿਹੜੇ ਬਜ਼ੁਰਗਾਂ ਦੀ ਡੈਥ ਹੋ ਚੁੱਕੀ ਆ, ਲੇਕਿਨ ਜਿਹੜਾ ਉਹਨਾਂ ਦਾ ਸੰਸਕਾਰ ਹੈਗਾ ਉਹ ਅਸੀਂ ਆਪ ਹੀ ਕਰਦੇ ਹਾਂ ਜੀ। ਭਾਵੇਂ ਸਾਡਾ ਸਮਾਜ ਅੱਜ ਕੱਲ੍ਹ ਕਹਿੰਦਾ ਕਿ ਜਿਹੜਾ ਇਹ ਔਰਤਾਂ ਨੇ ਮਰਦਾਂ ਦੇ ਬਰਾਬਰ ਆ ਕੇ ਖੜ ਗਈਆਂ ਨੇ, ਪਰ ਫਿਰ ਵੀ ਕਿਤੇ ਨਾ ਰਾਹ 'ਚ ਜਿਹੜਾ ਅੜਿੱਕਾ ਜ਼ਰੂਰ ਆ ਜਾਂਦਾ ਹੈ ਨਾ। ਤੁਹਾਡੀ ਜ਼ਿੰਦਗੀ 'ਚ ਵੀ ਬਹੁਤ ਸਾਰੇ ਉਤਰਾਅ ਚੜ੍ਹਾਏ ਹੋਣੇ ਆ ਜਦੋਂ ਇਹਨੂੰ ਸ਼ੁਰੂ ਕੀਤਾ ਜਾਂ ਹੋਰ ਕੰਮਕਾਜ ਕਰਦੇ ਹੋ। ਇੱਥੇ ਇਹਨੂੰ ਚਲਾਉਣ ਲਈ ਪੈਸਾ ਵੀ ਬਹੁਤ ਜ਼ਰੂਰੀ ਹੈ, ਕੱਪੜਾ ਲੀੜਾ ਵੀ ਚਾਹੀਦਾ ਆ, ਖਾਣਾ ਵੀ ਚਾਹੀਦਾ ਆ, ਪੱਖੇ ਬਿਜਲੀ ਬਿੱਲ ਸਭ ਕੁਝ ਆਉਂਦਾ ਆ, ਹਰ ਚੀਜ਼ ਬੈਲੈਂਸ ਕਰਨੀ ਪੈਂਦੀ ਤੁਹਾਨੂੰ। ਔਰ ਤੁਹਾਡੀ ਜ਼ਿੰਦਗੀ 'ਚ ਕਿੰਨੇ ਕੁ ਉਤਰਾਅ ਚੜ੍ਹਾਏ ਨੇ? ਉਤਰਾਅ ਚੜ੍ਹਾਅ ਤੇ ਤੁਸੀਂ ਕੁਐਸਚਨ ਕੀਤਾ ਕਿ ਔਰਤਾਂ ਨੂੰ ਬਰਾਬਰ ਦਾ ਦਰਜਾ, ਲੇਕਿਨ
ਦਰਜਾ ਬਰਾਬਰ ਦਿੱਤਾ ਗਿਆ, ਪਰ ਮੈਂ ਸਮਝਦੀ ਨਹੀਂ ਹੈਗੀ ਇਹਨਾਂ ਗੱਲਾਂ ਨੂੰ। ਇਹ ਗੱਲਾਂ ਕਹਿਣ ਦੀਆਂ ਨੇ, ਲੇਕਿਨ ਜਦੋਂ ਅਸੀਂ ਇਹਨੂੰ ਹੰਢਾਉਂਦੇ ਆ ਨਾ, ਉਦੋਂ ਕਹਿਣ 'ਚ ਤੇ ਕਰਨੀ 'ਚ ਬਹੁਤ ਫਰਕ ਆ। ਠੀਕ ਹੈ ਨਾ। ਤੇ ਬਾਕੀ ਜਿਹੜੀਆਂ ਪ੍ਰੋਬਲਮ ਨੇ, ਪ੍ਰੋਬਲਮ ਤੇ ਬਹੁਤ ਜ਼ਿਆਦਾ, ਪਰ ਮੈਂ ਕਿਹੜੀ ਪ੍ਰੋਬਲਮ ਦੱਸਾਂ ਤੁਹਾਨੂੰ। ਪ੍ਰੋਬਲਮ ਤੇ ਇੱਥੋਂ ਤੱਕ ਮੇਰੇ ਨਾਲ ਘਟਨਾਵਾਂ ਵਾਪਰੀਆਂ ਨੇ ਵੀ ਮੈਨੂੰ ਇੱਕ ਟਾਈਮ ਇਹੋ ਜਿਹਾ ਸੀਗਾ ਕਿ ਮੈਨੂੰ ਬਾਹੋਂ ਫੜ ਕੇ ਕੁਛ 5-4 ਬੰਦੇ ਸੀਗੇ ਵੀ ਜਿਨ੍ਹਾਂ ਨੇ ਬਾਹੋਂ ਫੜ ਕੇ ਬਾਹਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਬਿਲਕੁਲ ਜੀ, ਵੀ ਅਸੀਂ ਆਸ਼ਰਮ ਨਹੀਂ ਚਲਾਉਣ ਦੇਣਾ। ਕਈਆਂ ਨੂੰ ਹੁੰਦਾ ਨਾ ਵੀ ਇੱਕ, ਮੈਂ ਜਦੋਂ ਆਸ਼ਰਮ ਸ਼ੁਰੂ ਕੀਤਾ ਮੈਂ 18 ਸਾਲ ਦੀ ਸੀਗੀ, ਤੇ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤੇ ਮੈਂ 25 ਸਾਲ ਦੀ ਸੀ। ਲੇਕਿਨ ਜਦੋਂ ਫਾਦਰ ਸਾਹਿਬ ਸੀਗੇ ਨਾ, ਜਿੰਨਾ ਟਾਈਮ, ਉਹਨਾਂ ਟਾਈਮ ਕੋਈ ਮਤਲਬ ਨਹੀਂ ਸੀਗਾ ਮੈਨੂੰ। ਰੋਟੀਆਂ ਪਕਾਈਆਂ, ਬਾਬਿਆਂ ਨੂੰ ਫੜਾਈਆਂ, ਕੱਪੜੇ ਧੋਤੇ, ਬਸ ਨਵਾਇਆ ਧਮਾਇਆ, ਇੱਥੋਂ ਤੱਕ ਸੀ ਮੇਰੀ। ਪਰ ਜਿਸ ਦਿਨ ਉਹਨਾਂ ਦੀ ਡੈਥ ਹੋਈ ਆ, ਉਸ ਦਿਨ ਉਹ ਪਰਸਨ ਜਿਹੜੇ ਸਵੇਰ ਦੀ ਚਾਹ ਵੀ ਸਾਡੇ ਕੋਲੇ ਆ ਕੇ ਪੀਣੀ, ਉਹਨਾਂ ਨੇ ਵੀ ਨਾਲ ਹੀ ਪਾਸਾ ਪਲਟੀ ਮਾਰ ਲਈ ਜੀ ਉਹਨਾਂ ਨੇ ਵੀ। ਉਹ ਮੇਰੇ ਫਾਦਰ ਸਾਹਿਬ ਨੂੰ ਅਸੀਂ ਹਲੇ ਲੈ ਕੇ ਵੀ ਨਹੀਂ ਸੀ ਗਏ ਸੰਸਕਾਰ ਦੀ ਖਾਤਰ, ਤੇ ਲੇਕਿਨ ਉਹਨਾਂ ਨੇ ਉਹ ਗੱਲਾਂ ਬੋਲਣੀਆਂ ਪਹਿਲਾਂ ਹੀ ਸ਼ੁਰੂ ਕਰਤੀਆਂ। ਤੇ ਪਰ ਮੇਰੇ ਫਾਦਰ ਸਾਹਿਬ ਨੇ ਸਾਨੂੰ ਨਾ ਇੱਕ ਗੱਲ ਬੜੇ ਦਿਮਾਗ ਦੇ ਵਿੱਚ ਘੋਟ ਕੇ ਪਾਈ ਵੀ ਸੀ ਸਾਡੇ, ਵੀ ਤੁਹਾਨੂੰ ਜਿਹੜਾ ਵੀ ਕੋਈ ਮਰਜ਼ੀ ਕੁਛ ਬੋਲੀ ਜਾਵੇ, ਤੁਸੀਂ ਬਿਲਕੁਲ ਡੋਲਣਾ ਨਹੀਂ, ਤੁਸੀਂ ਘਬਰਾਉਣਾ ਨਹੀਂ। ਤੁਹਾਨੂੰ ਬੋਲਣ ਵਾਲੇ ਬਹੁਤ ਆਉਣਗੇ, ਤੁਹਾਨੂੰ ਖਿੱਚਾ ਧੂਈ ਕਰਨ ਵਾਲੇ ਬਹੁਤ ਆਉਣਗੇ, ਤੁਹਾਨੂੰ ਹਰ ਤਰ੍ਹਾਂ ਦਾ ਗਲਤ ਸ਼ਬਦ ਬੋਲਣ ਵਾਲੇ ਆਉਣਗੇ, ਘਬਰਾਉਣਾ ਨਹੀਂ। ਮੈਂ ਉਸੇ ਸ਼ਬਦ ਨੂੰ ਲੈ ਕੇ ਅੱਜ ਤੱਕ ਚੱਲੀ ਹੋਈ ਹਾਂ ਜੀ। ਮੈਂ ਹਰ ਘਟੀਆ ਸ਼ਬਦ ਕੋਲ ਖੜ ਕੇ ਕੰਨੀ ਸੁਣਿਆ ਆਪਣੇ ਲਈ। ਠੀਕ ਹੈ ਨਾ। ਪਰ ਜਦੋਂ ਕਹਿੰਦੇ ਹੁੰਦੇ ਨਾ ਵੀ ਅਸੀਂ, ਸਾਡੇ ਇੱਕ ਦਿਮਾਗ 'ਚ ਜਨੂਨ ਹੁੰਦਾ, ਅਸੀਂ ਇਸ ਚੀਜ਼ ਨੂੰ ਛੱਡ ਨਹੀਂ ਸਕਦੇ। ਇਹ ਮੇਰੀ ਰਗ ਰਗ 'ਚ ਵਸ ਚੁੱਕਿਆ ਆਸ਼ਰਮ। ਇਹਦੇ ਲਈ ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ, ਲੇਕਿਨ ਮੇਰੇ ਆਸ਼ਰਮ ਨੂੰ ਕੋਈ ਬੋਲੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਠੀਕ ਹੈ ਨਾ। ਤੇ ਇਹਦੇ ਲਈ ਮੈਨੂੰ ਜੋ ਮਰਜ਼ੀ ਤਸੀਹੇ ਝੱਲਣੇ ਪੈਣ, ਜੋ ਕੁਛ ਕਰਨਾ ਪਵੇ, ਮੈਨੂੰ ਸਭ ਕੁਛ ਮਨਜ਼ੂਰ ਆ। ਕਾਰਨ ਕੀ ਰਿਹਾ ਹੁਣ ਤੁਹਾਨੂੰ ਬਾਹਰ ਕੱਢ, ਤੁਹਾਡੀ ਪ੍ਰਾਪਰਟੀ ਹੈ, ਤੁਸੀਂ ਆਪਣੀ ਜਗ੍ਹਾ ਤੇ ਹੀ ਆਸ਼ਰਮ ਬਣਾਇਆ, ਕਾਰਨ ਕੀ ਰਿਹਾ ਕਿ ਤੁਸੀਂ ਸੇਵਾ ਕਰਦੇ ਨਹੀਂ ਜਰੇ ਜਾਂਦੇ? ਨਹੀਂ, ਉਹ ਕਹਿੰਦੇ ਅਸੀਂ ਇੱਥੇ ਚਲਾਉਣ ਨਹੀਂ ਦੇਣਾ ਜੀ, ਆਸ਼ਰਮ ਨਹੀਂ ਚੱਲਣ ਦੇਣਾ। ਜਿਹੜੇ ਬਜ਼ੁਰਗ ਨੇ ਉਹ ਘਰਾਂ 'ਚ ਗੰਦ ਪਾਉਂਦੇ ਆ, ਇਹ ਜੇ ਕਰਦੇ ਆ, ਉਹ ਕਰਦੇ ਆ। ਮੇਰੇ ਕੋਲ ਜਦੋਂ ਅਸੀਂ ਆਸ਼ਰਮ ਸ਼ੁਰੂ ਕੀਤਾ, ਅਸੀਂ ਇੱਥੇ ਜਗ੍ਹਾ ਦੇ ਵਿੱਚ ਨਾ ਬੋਰਡ ਲਾਇਆ ਸੀਗਾ ਹਲੇ, ਤੇ ਸਾਡੇ ਕੋਲੇ 5-4 ਬੰਦੇ ਇੱਦਾਂ ਦੇ ਆ ਗਏ ਵੀ ਜਿਨ੍ਹਾਂ ਨੇ ਨਾ ਸਾਡੇ ਤੇ ਥਾਣੇ ਜਾ ਕੇ ਦਰਖਾਸਤ ਦਿੱਤੀ ਜੀ ਵੀ ਇੱਥੇ ਬਿਰਧ ਆਸ਼ਰਮ ਬਣਾਉਣ ਲੱਗਿਆ, ਅਸੀਂ ਬਣਨ ਨਹੀਂ ਦੇਣਾ। ਚਲੋ 1-2 ਵਾਰੀ ਗਏ ਉੱਥੇ, ਤੇ ਜਿਹੜੇ ਨਾਲ ਫਿਰ ਸੂਝਵਾਨ ਲੋਕ ਗਏ ਸੀ, ਠੀਕ ਹੈ ਨਾ, ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਗਲਤ ਬੰਦੇ ਹੈਗੇ ਆ, ਤੇ ਉਹ ਕਹਿੰਦੇ ਗੁਰਦਾਸ ਇੱਦਾਂ ਕਰ ਵੀ ਅਸੀਂ ਤੇਰੇ ਨਾਲ ਸਪੋਰਟ ਕਰਦੇ ਹਾਂ ਵੀ ਤੂੰ ਇੱਥੇ ਆਸ਼ਰਮ ਬਣਾ। ਲੇਕਿਨ ਲੋਕਾਂ ਦਾ ਮਕਸਦ, ਕੁਛ 5-4 ਬੰਦੇ ਇੱਦਾਂ ਦੇ ਸੀਗੇ ਵੀ ਉਹਨਾਂ ਦਾ ਮਕਸਦ ਇਹੀ ਸੀ ਵੀ ਅਸੀਂ ਇੱਥੇ ਆਸ਼ਰਮ ਨਹੀਂ ਬਣਨ ਦੇਣਾ, ਇਹ ਸਾਡੇ ਘਰਾਂ 'ਚ ਆਉਣਗੇ, ਇੱਥੇ ਗੰਦ ਪਾਉਣਗੇ, ਇੱਥੇ ਐਂ ਕਰਨਗੇ, ਇਹ ਕਰਨਗੇ, ਉਹ ਕਰਨਗੇ। ਲੇਕਿਨ ਅੱਜ ਵੀ ਮੇਰੀ ਬਜ਼ੁਰਗ ਜਦੋਂ ਮੈਂ ਰੱਖਦੀ ਹਾਂ ਨਾ ਇੱਥੇ, ਮੈਂ ਪਹਿਲਾਂ ਉਹਨਾਂ ਨੂੰ ਇਹੀ ਕਹਿੰਦੀ ਹੁੰਦੀ ਹਾਂ ਵੀ ਮੈਂ ਕਿਸੇ ਦੇ ਘਰੇ ਨਹੀਂ ਜਾਣ ਦੇਣਾ। ਮੇਰੇ ਕੋਲੇ ਬਹਿ ਜਾਓ, ਦੁਕਾਨ ਤੇ ਚਲੇ ਜਾਓ, ਬਾਹਰ ਬੈਠ ਜਾਓ, ਜਿੱਥੇ ਮਰਜ਼ੀ ਬਹਿ ਜਾਓ, ਪਰ ਮੈਂ ਕਿਸੇ ਦੇ ਘਰੇ ਨਾ ਮੈਂ ਕੁਛ ਮੰਗਣ ਜਾਣ ਦੇਣਾ, ਨਾ ਮੈਂ ਕਿਸੇ ਦੇ ਘਰੇ ਬੈਠਣ ਦੇਣਾ। ਕਿਉਂਕਿ ਮੈਂ ਉਸ ਟਾਈਮ ਤੇ ਜੋ ਕੁਛ ਅਸੀਂ ਝੱਲਿਆ ਉਹ ਹਾਲੇ ਤੱਕ ਨਾ ਫਿਰ ਉਹ ਰਹਿੰਦਾ ਯਾਦ ਹੀ ਆ। ਪਰ ਅੱਜ ਦੇ ਦਿਨ ਮਾਲਕ ਦੀ ਇੰਨੀ ਕੁ ਕਿਰਪਾ ਹੈਗੀ ਆ, ਮੈਨੂੰ ਮੇਰਾ ਸ਼ਹਿਰ ਪੂਰੀ ਸਪੋਰਟ ਕਰਦਾ ਜੀ। ਮੈਨੂੰ ਮੇਰੇ ਸ਼ਹਿਰ ਤੇ ਮਾਣ ਆ, ਮੇਰੇ ਸ਼ਹਿਰ ਨੂੰ ਮੇਰੇ ਤੇ ਮਾਣ ਆ। ਮੈਂ ਕਿਸੇ ਚੀਜ਼ ਦੀ ਮੈਨੂੰ ਜ਼ਰੂਰਤ ਹੈਗੀ ਆ, ਤੇ ਮੈਨੂੰ ਕੋਈ ਵੀ ਬੰਦਾ ਅੱਜ ਦੀ ਡੇਟ 'ਚ ਜਵਾਬ ਦੇਣ ਵਾਲਾ ਨਹੀਂ ਹੈਗਾ ਜੀ। ਤੇ ਜਿਹਨਾਂ ਨੇ ਤੁਹਾਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਆ, ਉਹ ਹੁਣ ਚੁੱਪ ਕਰਕੇ ਬੈਠ ਗਏ, ਹਾਲੇ ਵੀ ਲੱਤਾਂ ਖਿੱਚਦੇ ਨੇ? ਨਾ ਬਿਲਕੁਲ ਬੈਠ ਗਏ ਜੀ, ਹੁਣ ਤੇ ਬਿਲਕੁਲ ਬੈਠ ਗਏ। ਇੱਕ ਦਿਨ ਤੇ ਮੇਰੀ ਮੰਮੀ ਨੇ ਵੀ ਮੇਰੇ ਮੂਹਰੇ ਹੱਥ ਬੰਨ੍ਹਤੇ ਸੀ ਵੀ ਤੇਰੇ ਮੂਹਰੇ ਬੰਨੇ ਹੱਥ, ਤੂੰ ਆਸ਼ਰਮ ਨੂੰ ਛੱਡ ਦੇ, ਹੋਰ ਜਿਹੜਾ ਮਰਜ਼ੀ ਕੰਮ ਕਰ ਲੈ। ਮੈਂ ਕਹਿੰਦਾ ਇਹ ਕੰਮ ਨਹੀਂ ਹੋ ਸਕਦਾ, ਘਰ ਛੱਡ ਸਕਦੀ ਹਾਂ ਲੇਕਿਨ ਆਸ਼ਰਮ ਨਹੀਂ ਛੱਡ ਸਕਦੀ। 25 ਸਾਲ ਦੀ ਉਮਰ, ਇੱਦਾਂ ਜਵਾਨੀ ਭਰ ਦੇ ਵਿੱਚ ਤੁਸੀਂ ਹੁੰਦੇ ਹੋ, ਔਰ ਇਹ ਵੀ ਲੱਗਦਾ ਹੁੰਦਾ ਹੈ ਕਿ ਇਹ ਜਵਾਨ ਵੀ ਆ, ਔਰ ਪਤਾ ਨਹੀਂ ਇੱਥੇ ਕੌਣ ਕਿਵੇਂ ਲੋਕ ਆਉਣਗੇ। ਔਰ ਇੱਕ ਤਾਂ ਇਹ ਮਨ 'ਚ ਜਿਹੜੀ ਮਾਨਸਿਕਤਾ ਆ ਉਹ ਬੜੀ ਸਾਡੀ ਨੀਵੀਂ ਹੁੰਦੀ ਜਾ ਰਹੀ ਹੈ। ਚੰਗੇ ਵਾਲੇ ਪਾਸੇ ਲੋਕ ਘੱਟ ਜਾਂਦੇ ਨੇ, ਮਾੜੇ ਵਾਲੇ ਪਾਸੇ ਛੇਤੀ ਜਾਂਦੇ ਨੇ। ਬਿਲਕੁਲ ਮਾੜੇ ਪਾਸੇ ਤੇ ਲੋਕ ਪਹਿਲਾਂ ਜਾਂਦੇ ਆ ਜੀ। ਪਰ ਜਦੋਂ ਡੈਡੀ ਦੀ ਡੈਥ ਹੋਈ ਆ ਜੀ, ਉਸ ਟਾਈਮ ਤੇ ਮੈਨੂੰ ਥੋੜਾ ਕੁ ਟਾਈਮ, ਕੁਛ 1-2 ਸਾਲ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਈਆਂ, ਪਰ ਹੌਲੀ ਹੌਲੀ ਫਿਰ ਉਹ ਸੈਟਿੰਗ ਹੋ ਗਈ ਆ ਜੀ।
ਤੇ ਹੁਣ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਹਰ ਬੰਦਾ ਸਪੋਰਟ ਕਰਦਾ, ਹਰ ਬੰਦਾ ਸਹਿਯੋਗ ਕਰਦਾ। ਬਿਰਧ ਆਸ਼ਰਮ ਵੱਲੋਂ ਅਸੀਂ ਤਕਰੀਬਨ ਸਾਲ ਦੇ ਵਿੱਚ ਅੱਖਾਂ ਦਾ ਕੈਂਪ ਹੋ ਗਿਆ, ਦੰਦਾਂ ਦਾ ਕੈਂਪ, ਬਲੱਡ ਡੋਨੇਟ ਕੈਂਪ, ਜਨਰਲ ਚੈੱਕਅਪ ਕੈਂਪ, ਔਰ 10 ਦਸੰਬਰ ਸਾਡਾ ਹਰ ਸਾਲ ਐਨੂਅਲ ਡੇ ਹੁੰਦਾ। ਔਰ ਫਰਵਰੀ ਦੇ ਵਿੱਚ ਉਹ ਲੜਕੀਆਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਬ੍ਰਦਰ ਨਹੀਂ ਹੈਗੇ, ਬਹੁਤ ਪੂਅਰ ਫੈਮਿਲੀ ਨੇ, ਉਹਨਾਂ ਦੇ ਅਸੀਂ ਹਰ ਸਾਲ ਵਿਆਹ ਕਰਦੇ ਹਾਂ ਜੀ। ਇੰਨੀ ਕੀ ਬਾਤ ਹੈ, ਬਹੁਤ ਖੂਬਸੂਰਤ ਉਪਰਾਲਾ। ਜਿਹੜੇ ਤੁਹਾਡੇ ਕੋਲ ਹੁਣ ਇਸ ਸਮੇਂ ਰਹਿ ਰਹੇ ਨੇ ਜਿਹੜੇ ਇੱਥੇ ਤੁਹਾਡੇ ਕੋਲ, ਤਾਂ ਇਹ ਕਿੱਦਾਂ ਆਏ ਨੇ ਤੁਹਾਡੇ ਕੋਲ, ਪਹੁੰਚ ਕਿੱਦਾਂ ਕੀਤੀ ਇਹਨਾਂ ਨੇ? ਛੱਡ ਕੇ ਗਏ ਜਾਂ ਆਪਣੇ ਆਪ ਇੱਦਾਂ ਤੁਰੇ ਸੀਗੇ, ਤੁਸੀਂ ਲੈ ਆਂਦਾ ਉਹਨਾਂ ਨੂੰ? ਇੱਕ ਮਾਂ ਬੈਠੀ, ਉਹ ਕਹਿੰਦੀ ਮੈਂ ਬਿਲਕੁਲ, ਮੇਰਾ ਬੇਟਾ ਵੀ ਹੈਗਾ, ਬੇਟੀਆਂ ਵੀ ਹੈਗੀਆਂ ਨੇ, ਪਰ ਮੈਂ ਜਾ ਨਹੀਂ ਪਾਉਂਦੀ ਉਹਨਾਂ ਦੇ ਕੋਲ। ਨਹੀਂ, ਐਕਚੁਅਲੀ ਇਹ ਹੈਗਾ ਵੀ ਤਕਰੀਬਨ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈਗਾ ਵੀ ਇੱਥੇ ਆਸ਼ਰਮ ਬਣਿਆ ਹੋਇਆ। ਹੁਣ ਜਿੰਨੇ ਵੀ ਨੇੜੇ ਤੇੜੇ ਦੇ ਪਿੰਡ ਹੈਗੇ ਆ, ਉਹ ਜਿਨ੍ਹਾਂ ਨੂੰ ਨਹੀਂ ਕੋਈ ਘਰ ਸਾਂਭਦਾ ਹੈਗਾ, ਵੀ ਜਾਂ ਜਿਹੜਾ ਬੰਦਾ ਆਲਰੇਡੀ ਇਨਸਾਨੀਅਤ ਦੇ ਤੌਰ ਤੇ ਵੈਸੇ ਵੀ ਉੱਦਾਂ ਹੀ ਰੁਲਦਾ ਫਿਰਦਾ, ਅਗਲਾ ਪਿੰਡ ਦੀਆਂ ਜਿਹੜੀਆਂ ਕੋਈ ਪੰਚਾਇਤ ਹੈਗੀ ਆ ਜਾਂ ਕੋਈ ਕਲੱਬਾਂ ਵਾਲੇ ਹੈਗੇ, ਉਹ ਸੋਚ ਹੀ ਲੈਂਦੇ ਆ ਵੀ ਜਦੋਂ ਪਰਿਵਾਰ ਇਦਾਂ ਦਾ ਹੈਗਾ ਤੇ ਇਹਦੇ ਨਾਲੋਂ ਬੈਟਰ ਇਹ ਆ ਕਿ ਇਹਨੂੰ ਉਸ ਜਗ੍ਹਾ ਤੇ ਛੱਡਿਆ ਜਾਵੇ ਵੀ ਜਿੱਥੇ ਚਲੋ 4 ਦਿਨ ਜਿਹੜੀ ਜ਼ਿੰਦਗੀ ਹੈਗੀ ਉਹ ਵਧੀਆ ਕੱਟ ਸਕੇ ਤੇ ਖਾਣ ਪੀਣ ਨੂੰ ਚਲੋ ਥੋੜਾ ਮਿਲਦਾ, ਠੀਕ ਹੈ ਨਾ। ਤੇ ਇਸ ਕਰਕੇ ਅੱਜ ਬਾਕੀ ਗੱਲ ਇਹ ਹੈਗੀ ਵੀ ਅੱਜ ਜਿਹੜਾ ਨਸ਼ਾ ਹੈਗਾ ਨਾ, ਉਹਨੇ ਸਾਡੇ ਘਰਾਂ ਨੂੰ ਬਹੁਤ ਤਬਾਹ ਕਰਕੇ ਰੱਖਿਆ, ਜਿਹਦੇ ਕਰਕੇ ਸਾਡੇ ਬਜ਼ੁਰਗ ਨੇ ਜਿਹੜੇ ਜ਼ਿਆਦਾ ਬੇਕਾਰ ਹੋਏ ਵੀ ਆ। ਬਿਲਕੁਲ, ਇਹ ਇੱਥੋਂ ਸਾਡੇ ਬਜ਼ੁਰਗ ਜਿਹੜੇ ਬਹੁਤ ਜ਼ਿਆਦਾ ਮਾਰ ਖਾਂਦੇ ਆ ਜੀ। ਇਹ ਸਾਡੇ ਸਮਾਜ ਦੀ ਨਾ ਤਰਾਸਦੀ ਬਣ ਗਈ ਹੈ ਕਿ ਅੱਜ ਦਾ ਸਮਾਜ, ਜਿਸ ਮਾਂ-ਬਾਪ ਨੇ ਸਾਨੂੰ ਜਨਮਿਆ, ਪੜ੍ਹਾਇਆ, ਲਿਖਾਇਆ, ਅਸੀਂ ਨੌਕਰੀਆਂ ਵਾਲੇ ਹੋ ਗਏ ਹਾਂ, ਤੇ ਜਦੋਂ ਉਹ ਬਜ਼ੁਰਗ ਆਉਂਦੇ ਨੇ, ਸਾਡਾ ਆਉਂਦਾ ਹੈ ਸਮਾਂ ਕਿ ਅਸੀਂ ਇਹਨਾਂ ਨੂੰ ਸਾਂਭਣਾ ਹੈ, ਤੇ ਅਸੀਂ ਆਪ ਹੀ ਪੈਰ ਪਿੱਛੇ ਕਰ ਜਾਂਦੇ ਹਾਂ। ਤੁਸੀਂ ਆਪਣੀ ਦਾਦੀ ਨੂੰ ਦੇਖ ਕੇ ਆਸ਼ਰਮ ਖੋਲ੍ਹਿਆ ਹੈ ਨਾ, ਤੁਹਾਨੂੰ ਬਹੁਤ ਬਜ਼ੁਰਗ ਮਿਲੇ, ਦਾਦੀ ਦੇ ਰੂਪ 'ਚ ਵੀ, ਦਾਦਾ ਦੇ ਰੂਪ 'ਚ ਵੀ, ਮਾਵਾਂ ਵੀ ਮਿਲੀਆਂ ਤੁਹਾਨੂੰ, ਹੈ ਨਾ। ਪਰ ਇਹ ਆ ਕਿ ਅੱਜ ਦੇ ਸਮੇਂ ਦੇ ਜਵਾਕ ਕਿਉਂ ਨਹੀਂ ਮਾਂ-ਬਾਪ ਸਾਂਭਦੇ? ਹੁਣ ਸਾਡੇ ਕੋਲੇ ਜਿੰਨੇ ਵੀ ਇੱਥੇ ਬਜ਼ੁਰਗ ਆਉਂਦੇ ਆ ਜੀ, ਉਹਨਾਂ ਨੂੰ ਅਸੀਂ ਸਾਰਿਆਂ ਨੂੰ, ਆ ਤੇਰਾ ਚਾਚਾ ਗਾ, ਆ ਤੇਰੀ ਦਾਦੀ ਆ ਤੇਰੀ ਬੇਬੇ ਆ ਤੇਰਾ ਬਾਪੂ ਆ, ਇਹਨੂੰ ਤੂੰ ਦਾਦਾ ਕਹਿਣਾ। ਹੁਣ ਸਾਡੇ ਇੱਥੇ ਸਾਰੇ ਅਸੀਂ ਇੱਕ ਦੂਜੇ ਨੂੰ ਇਦਾਂ ਹੀ ਬੋਲਦੇ ਆ ਵੀ ਦਾਦੀ ਨੂੰ ਬੁਲਾ ਕੇ ਲਿਆ, ਬੀਬੀ ਨੂੰ ਬੁਲਾ ਕੇ ਲਿਆ, ਜਾਂ ਬੇਬੇ ਨੂੰ ਬੁਲਾ ਕੇ ਲਿਆ, ਬਾਪੂ ਨੂੰ ਬੁਲਾ ਕੇ ਲਿਆ। ਸਾਰਿਆਂ ਨੂੰ ਰਿਸ਼ਤੇ ਅਸੀਂ ਸਾਰਿਆਂ ਨੇ ਉਦਾਂ ਹੀ ਰੱਖੇ ਹੋਏ ਆ ਵੀ ਕਿਸੇ ਵੀ ਬਜ਼ੁਰਗ ਨੂੰ ਇਹ ਮਹਿਸੂਸ ਨਾ ਹੋਵੇ ਵੀ ਮੈਂ ਇੱਥੇ ਆਸ਼ਰਮ 'ਚ ਰਹਿ ਰਿਹਾ ਨਾ। ਰਿਸ਼ਤੇ ਅਸੀਂ ਉਦਾਂ ਹੀ ਰੱਖੇ ਹੋਏ ਆ ਬਜ਼ੁਰਗਾਂ ਨਾਲ, ਵੀ ਆ ਦਾਦੀ ਆ, ਬੇਬੇ ਆ, ਚਾਚਾ ਆ, ਮਾਮਾ ਆ, ਇਦਾਂ ਹੀ ਬੁਲਾਉਣਾ ਅਸੀਂ ਸਾਰਿਆਂ ਨੇ। ਇੱਕ ਬੱਚਾ ਤੁਹਾਡੇ ਕੋਲ ਛੋਟਾ ਜਿਹਾ ਹੈ ਨਾ, ਉਹ ਕਿੱਥੋਂ ਆਇਆ ਤੁਹਾਨੂੰ, ਕਦੋਂ ਮਿਲਿਆ? ਕਿ ਉਹਨੇ ਤੁਹਾਨੂੰ ਹਮੇਸ਼ਾ ਮੰਮੀ ਕਹਿ ਕੇ ਬੁਲਾ ਰਿਹਾ ਸੀ? ਉਹ ਮੇਰੇ ਕੋਲੇ ਇੱਥੋਂ ਹੀ ਕੋਈ ਛੱਡ ਕੇ ਗਿਆ ਹੋਇਆ ਜੀ, ਤੇ ਉਹਦੀ ਅਸੀਂ ਕਿੰਨੇ ਸਾਲ ਦੀ ਉਮਰ 'ਚ ਇੱਥੇ ਆਇਆ ਸੀ? ਉਹਨੂੰ ਮੇਰੇ ਕੋਲੇ ਹੋ ਗਏ 4 ਸਾਲ ਹੋ ਗਏ ਇੱਥੇ ਛੱਡ ਕੇ ਗਿਆ ਨੂੰ। ਹਾਂਜੀ, ਤੇ ਪਰ ਅਸੀਂ ਬਹੁਤਾ ਬਾਇਓਡਾਟਾ ਉਹਦਾ ਦਾ ਨਹੀਂ ਦਿੰਦੇ ਹੈਗੇ। ਕਈ ਵਾਰੀ ਇਹ ਹੁੰਦਾ ਵੀ, ਠੀਕ ਹੈ ਨਾ, ਤੇ ਸਾਨੂੰ ਆਪ ਨੂੰ ਵੀ ਨਹੀਂ ਪਤਾ ਹੈਗਾ ਵੀ ਜਿਹੜੇ ਮੇਰੇ ਕੋਲੇ ਛੱਡ ਕੇ ਗਏ ਸਿਰਫ ਉਹੀ ਛੱਡ ਕੇ ਆ, ਤੇ ਇਹਨਾਂ ਦਾ ਹੋਰ ਕੋਈ ਪਰਿਵਾਰਕ ਮੈਂਬਰ ਸਾਡੇ ਕੋਲੇ ਹਾਲੇ ਤੱਕ ਆਇਆ ਹੀ ਨਹੀਂ ਹੈਗਾ। ਇਹ ਜਦੋਂ ਸਾਡੇ ਕੋਲੇ ਉਹ ਬੱਚਾ ਛੱਡ ਕੇ ਗਿਆ, ਇਹ ਬਿਲਕੁਲ ਵਿੰਗਾ ਸੀਗਾ, ਮੋਢਿਆਂ ਤੋਂ, ਗੋਡਿਆਂ ਤੋਂ, ਮੋਰਾਂ ਤੋਂ, ਹਾਂਜੀ ਬਿਲਕੁਲ ਵਿੰਗਾ ਸੀਗਾ। ਇਹਨੂੰ ਤਕਰੀਬਨ ਮੈਂ 6 ਮਹੀਨੇ, ਨਹੀਂ ਬੋਲਦਾ ਵੀ ਨਹੀਂ ਸੀਗਾ, ਬਹੁਤ ਘੱਟ ਬੋਲਦਾ ਸੀਗਾ, ਸਮਝ ਨਹੀਂ ਸੀ ਆਉਂਦੀ, ਤੇ ਤਕਰੀਬਨ 6 ਮਹੀਨੇ ਮੇਰੇ ਖਿਆਲ 'ਚ ਇਹਨੂੰ ਲੱਗ ਗਏ ਹੋਣੇ ਆ, ਜਿਹਨੂੰ ਮੈਂ ਕਦੇ ਪਿੱਛੋਂ ਦਬਲਾ, ਕਦੇ ਮੂਹਰਿਓਂ ਦਬਲਾ, ਅੱਧਾ ਘੰਟਾ ਇਹਦੇ ਗੇੜੇ ਦਵਾਉਣੇ, ਕਦੀ ਇਹਨੂੰ ਯੋਗਾ ਕਰਾਉਣਾ। ਇਹ ਤਕਰੀਬਨ ਹੁਣ ਤੁਹਾਡੇ ਹਿਸਾਬ ਨਾਲ ਤੁਸੀਂ ਆਪ ਹੀ ਦੇਖਿਆ, ਬਿਲਕੁਲ ਸਿੱਧਾ ਹੈ ਜੀ। ਬਿਲਕੁਲ, ਇਹ ਸਾਡੇ ਨਾਲ ਗੁੱਸੇ ਹੋਇਆ ਬੈਠਾ ਵਾ ਕਿ ਮੈਨੂੰ ਇੰਟਰਵਿਊ ਦੇ ਵਿੱਚ ਬਿਠਾਓ। ਉਹ ਬੈਠਾ, ਉਰੇ ਆ ਜਾ, ਆ ਜਾ। ਚਲ ਮੈਂ ਜਾਣੀ, ਉਹਨੂੰ ਲੈ ਕੇ ਆਉਣੀ ਆ। ਸੋ ਚਲ ਆ ਜਾਓ, ਫਟਾਫਟ ਆ ਜਾਓ। ਇਹ ਸਾਡਾ ਗੁੱਸੇ ਹੋਇਆ ਸੀ, ਕਹਿੰਦਾ ਮੈਂ ਮੰਮੀ ਦੇ ਨਾਲ ਵਿੱਚ ਇੰਟਰਵਿਊ ਦੇ ਬਹਿਣਾ। ਅੱਛਾ, ਮੰਮੀ ਨਾਲ ਗੁੱਸੇ ਕਿ ਮੇਰੇ ਨਾਲ ਗੁੱਸੇ ਆ? ਮੰਮੀ ਨਾਲ ਕਿਉਂ? ਮੈਨੂੰ ਜੀ ਕਰਦਾ। ਤੇਰਾ ਜੀ ਕਰਦਾ ਗੁੱਸੇ ਹੋਣ ਨੂੰ? ਅੱਛਾ, ਤੁਸੀਂ ਆਪਣਾ ਨਾਂ ਦੱਸੋ ਫਿਰ ਇਹਨਾਂ ਨੂੰ। ਆਰਸੀਬੀਪ। ਅਰਸ਼ਦੀਪ। ਅਰਸ਼ਦੀਪ ਮੈਨੂੰ ਕਹਿੰਦਾ ਮੈਂ ਗਾਣੇ ਬੜੇ ਸੁਣਦਾ। ਕਿਹਦੇ ਸੁਣਦਾ ਅਰਸ਼ਦੀਪ ਗਾਣੇ? ਗਾਣੇ ਦਾ ਥੋੜਾ ਕਰਨ ਔਜਲਾ ਦੇ, ਹੋਰ ਬੰਟੂ ਬੂਸਾੜਾ, ਸਿੱਧੂ ਮੂਸੇਵਾਲਾ, ਸਾੜੂ ਦਾ ਹੈ, ਸਾੜੂ ਦਾ ਸਾਰੇ ਸੁਣਦੇ ਹੋ? ਸਿੱਧੂ ਮੂਸੇਵਾਲਾ ਦਾ ਕਿਹੜਾ ਗਾਣਾ ਸੁਣਦੇ ਹੋ? ਹੁਣ ਇਹ ਵੀ ਦੱਸੋ, ਸੌਂਗ ਸੁਣਦੇ ਕਿਹੜੇ ਵੇਲੇ ਹੁੰਦੇ? ਇੱਕ ਨੌਗਾਸੀ ਆ, ਹਾਂ। ਇੱਕ ਬੱਡੂ ਬੂਸਾੜਾ, ਇੱਕ ਅੱਛਾ, ਇੱਕ ਸਿੱਧੂ ਮੂਸੇਵਾਲਾ, ਇੱਕ ਕਰਨ ਔਜਲਾ ਸੁਣਦਾ ਹੈ। ਤੇ ਅੱਛਾ, ਫਿਰ ਸੁਣਦੇ ਕਿੱਦਾਂ? ਸਰਤਾਜ ਵੀ ਸੁਣਦੇ ਹੋ? ਸਰਤਾਜ ਜੀ। ਅੱਛਾ, ਹਾਂਜੀ। ਤੇ ਮੰਮੀ ਕਿੱਦਾਂ ਗਾਣੇ ਸੁਣਾਉਂਦੇ ਆ ਫਿਰ ਤੁਹਾਨੂੰ? ਮੈਨੂੰ ਦੱਸੇ ਮੈਨੇ ਗੀਤ ਇਹਦਾ, ਹਾਂਜੀ ਲੈ ਬੈਂਡ ਗੀਤ ਆ। ਜਦੋਂ ਸਾਡੇ ਮੋਬਾਈਲ ਵੀ ਤਾਂ ਮੈਨੂੰ ਨਾਲ ਗਾਣੇ ਦਾ ਗਾਣੇ। ਓ ਮੋਬਾਈਲ ਵੀ ਨਹੀਂ ਦਿੱਤਾਗਾ? ਮੈਨੂੰ ਨਹੀਂ ਪਤਾ ਲੱਗਿਆ ਕਦੋਂ ਮੋਬਾਈਲ ਸਿੱਖ ਗਿਆ, ਕਦੋਂ ਇਹ ਐਲਈਡੀ ਚਲਾਉਣੀ ਸਿੱਖ ਗਿਆ। ਮੈਨੂੰ ਆ ਇੱਕ ਵਾਰੀ ਮੋਨੇ ਨਹੀਂ ਤਾਂ ਇੱਕ ਮੋਬਾਈਲ ਤੂੰ ਕੌਣਾ ਮਾ। ਠੀਕ ਹੈ, ਮੈਂ ਕਹਿ ਦਿੰਦੀ ਮੋਬਾਈਲ ਦੇ ਦਿਓ, ਠੀਕ ਹੈ।
ਸੋ ਮੋਬਾਈਲ ਮੰਗੇ। ਅੱਛਾ, ਇਹ ਬੱਚਾ ਇਹਦੇ ਹੱਥ ਪੈਰ ਵਿੰਗੇ ਸੀ ਉਸ ਟਾਈਮ ਤੇ? ਬਿਲਕੁਲ ਬਿਲਕੁਲ ਬਿੰਗਾ ਸੀ ਜੀ, ਇਹਦੇ ਤਾਂ ਮੋਢਿਆਂ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਬਿੰਗਾ ਸੀਗਾ। ਮਸਾਂ ਮੈਨੂੰ ਗੁਆਂਢੀਆਂ ਨੇ ਵੀ ਟੀਚਰਾਂ ਕਰਨੀਆਂ, ਰਵੀ ਇਹਦੇ ਨਾਲ ਫੱਟੇ ਬੰਨ੍ਹ ਇਹਨੂੰ, ਇਹ ਫਿਰ ਸਿੱਧਾ ਹੋਊਗਾ। ਤੇ ਪਤਾ ਨਹੀਂ ਉਹ ਟੀਚਰਾਂ ਕਰਦੇ ਸੀ ਕਿ ਜਾਣ ਕੇ ਕਹਿੰਦੇ ਸੀ, ਕੀ ਕਹਿੰਦੇ ਸੀ। ਡਾਕਟਰੀ ਇਲਾਜ ਵੀ ਕਰਾਇਆ ਦਾ? ਡਾਕਟਰੀ ਟ੍ਰੀਟਮੈਂਟ ਕਰਾਇਆ ਜੀ। ਇਹਨੂੰ ਨਾ ਬਾਈ ਬਰਥ ਪ੍ਰੋਬਲਮ ਹੈ, ਇਹਦੀਆਂ ਕਿਡਨੀਆਂ ਛੋਟੀਆਂ ਨੇ ਜੀ। ਅੱਛਾ ਜੀ। ਤੇ ਮੈਂ 7-8 ਡਾਕਟਰਾਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਇਹਦੀਆਂ ਜਿਹੜੀਆਂ ਕਿਡਨੀਆਂ ਨੇ ਉਹ ਤੁਸੀਂ ਕਢਾਓ ਤੇ ਹੋਰ ਪਵਾਓ। ਤੇ ਹੁਣ ਪਹਿਲਾਂ ਕਢਾਵਾਂਗੇ ਤੇ ਫਿਰ ਪਵਾਵਾਂਗੇ, ਖਰਚਾ ਬੜਾ। ਤੇ ਅੱਜ ਕੱਲ੍ਹ ਇਹਦੀ ਪੰਚਕੂਲੇ ਤੋਂ ਦਵਾਈ ਸ਼ੁਰੂ 'ਚ ਹੈ ਤੇ ਇਹਦਾ ਹਰੇਕ ਹਫਤੇ ਬਾਥਰੂਮ ਬੰਦ ਹੋ ਜਾਂਦਾ ਸੀਗਾ। ਅੱਛਾ ਜੀ। ਹਾਂਜੀ। ਬਹੁਤ ਸਾਂਭਣਾ ਬੜਾ ਔਖਾ ਹੁੰਦਾ ਹਨਾ। ਅਸੀਂ ਪਿੱਛੇ ਦੇਖ ਰਹੇ ਹਾਂ ਇੱਕ ਬਜ਼ੁਰਗ ਦੀਆਂ ਅੱਖਾਂ ਤੋਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈਗਾ ਹਨਾ, ਤਾਂ ਉਹਨਾਂ ਦੀ ਫਿਰ ਤੁਸੀਂ ਦੇਖਭਾਲ ਕਰਦੇ ਹੋ, ਉਹਨਾਂ ਨੂੰ ਕੱਪੜੇ ਚੇਂਜ ਕਰਨੇ, ਨਵਾਉਣਾ ਧੋਣਾ, ਨਾਲ ਕੋਈ ਹੈਲਪਰ ਹੋਰ ਵੀ ਹੈ, ਇਕੱਲੇ ਲੱਗੇ ਰਹਿੰਦੇ ਹੋ? ਇਹੋ ਹੀ ਮੇਰੇ ਨਾਲ ਲੱਗਦੇ ਆ ਜੀ, ਬਾਕੀ ਹੋਰ ਕੋਈ ਹੈਲਪਰ ਨਹੀਂ। ਕੰਮ ਵਾਲੀ ਰੱਖੀ ਵੀ ਹੈ, ਰੋਟੀ ਪਾਣੀ ਬਣਾਉਂਦੀ ਹੈ ਵੈਸੇ। ਹਾਂਜੀ। ਤੇ ਪਰ ਜਿਹੜਾ ਨਵਾਉਣ ਧਵਾਉਣ ਦਾ ਕੰਮ ਉਹ ਅਸੀਂ ਆਪ ਕਰਦੇ ਹਾਂ ਜੀ ਸਾਰਾ। ਪਰ ਹੁਣ ਨਹੀਂ ਔਖਾ ਨਹੀਂ ਲੱਗਦਾ, ਬਿਲਕੁਲ ਨਹੀਂ ਔਖਾ ਲੱਗਦਾ। ਹੁਣ ਅਸੀਂ ਯੂਜ਼ ਟੂ ਹੋ ਗਏ। ਹੁਣ ਇੱਥੇ ਸਾਨੂੰ ਕੋਈ ਆ ਕੇ ਕਹੇ ਕਿ ਇੱਥੋਂ ਮੁਸਕ ਮਾਰਦਾ ਜੀ, ਇੱਥੋਂ ਸਮੈਲ ਹੁੰਦੀ ਹੈ, ਸਾਨੂੰ ਤਾਂ ਕਿਤੋਂ ਨਹੀਂ ਆਉਂਦੀ। ਸਾਡੇ ਨੱਕ ਉਦਾਂ ਦੇ ਹੀ ਹੋ ਗਏ ਆ। ਪਰ ਇਹ ਮੇਰੀ ਸਪੋਰਟ ਬਹੁਤ ਕਰਦਾ ਹੈ ਨਾ ਪੁੱਤ। ਅੱਛਾ ਹਾਂ। ਉਹ ਮੇਰੇ ਡੈਡੀ ਆ। ਅੱਛਾ, ਤੁਹਾਡੇ ਡੈਡੀ ਆ? ਠੀਕ ਹੈ, ਸਭ ਨੂੰ ਡੈਡੀ ਕਹਿ ਦਿੰਦੇ। ਅੱਛਾ, ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਆਸ਼ਰਮ ਚਲਾਉਣ ਦੇ ਲਈ ਸਾਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ ਨਾ, ਕਿਉਂਕਿ ਜੇਕਰ ਤੁਸੀਂ ਇਹ ਕਹਿ ਦਿਓ ਕਿ ਮੈਂ ਕੋਈ ਨੌਕਰੀ ਵੀ ਨਹੀਂ ਕਰ ਰਹੀ, ਜੇ ਕਰਦੀ ਹਾਂ ਤਾਂ ਫਿਲਮਾਂ 4 ਕਰਕੇ ਆ ਜਾਣੇ, ਉਹਦੇ 'ਚ ਵੀ ਬਹੁਤ ਅਸੀਂ ਕਹਿੰਦੇ ਨੇ ਕਿ ਬਹੁਤ ਪੈਸਾ ਆਉਂਦਾ ਹੋਏਗਾ, ਕਦੀ ਕਦਾਈ ਜਿਹੜੀ ਤੁਹਾਡੀ ਮੂਵੀ ਜਾਂ ਰੋਲ ਆ ਗਿਆ, ਪਰ ਇਨਫ ਨਹੀਂ ਹੁੰਦਾ ਕਿਉਂਕਿ ਡੇਲੀ ਖਾਣਾ ਬਣਨਾ, 3 ਟਾਈਮ ਦੀ ਰੋਟੀ ਬਣਨੀ ਹੈ, ਫਿਰ ਕੱਪੜੇ ਲੀੜਿਆਂ ਦਾ ਧਿਆਨ, ਬਿਜਲੀ ਦਾ ਬਿੱਲ ਆਉਣਾ, ਪਾਣੀ, ਅਤੇ ਇੱਥੇ ਮੁਰੰਮਤ ਵੀ ਕਰਵਾਉਣੀ, ਇਹਨਾਂ ਦੀ ਦਵਾਈ ਦਾਰੂ ਵੀ ਚੱਲਦੀ ਹੈ। ਐਂਡ ਇਹ ਸਭ ਕੁਛ ਤੁਸੀਂ ਕਿੱਥੋਂ ਫਿਰ ਕਰਦੇ ਹੋ? ਕੋਈ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਜਾਂ ਫਿਰ ਪਰਮਾਤਮਾ ਨੂੰ ਛੱਡ ਦਿੰਦੇ ਕਿ ਆਪੇ ਕੋਈ ਦਰਵਾਜ਼ਾ ਖੁੱਲੇਗਾ ਤਾਂ ਆ ਜਾਏਗਾ? ਛੱਡਿਆ ਸੀ ਤਕਰੀਬਨ ਪਰਮਾਤਮਾ ਦੇ ਸਹਾਰੇ ਤੇ ਹੀ ਹੈ ਜੀ। ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ, ਉਹ ਜਦੋਂ ਕਹਿੰਦੇ ਹੁੰਦੇ ਆ ਸਾਫ਼ ਨੀਤਰ ਨਾਲ ਮੰਗੋ, ਆਪੇ ਹੀ ਬੋੜ ਜਾਂਦਾ। ਠੀਕ ਹੈ ਨਾ। ਤੇ ਬਾਕੀ ਇਹ ਹੈਗਾ ਵੀ ਜਿਹੜਾ ਖਾਣਾ ਪੀਣਾ ਹੈਗਾ ਉਹ ਅਸੀਂ ਹੁਣ ਬਹੁਤ ਟਾਈਮ ਹੋ ਗਿਆ, 24 ਸਾਲ ਹੋ ਗਿਆ ਸਾਨੂੰ ਚਲਾਉਂਦਿਆਂ ਨੂੰ। ਹੁਣ ਸ਼ਹਿਰ ਦੇ ਵਿੱਚ ਅਸੀਂ ਕਿਸੇ ਨੂੰ ਕਹਿ ਦਈਏ ਵੀ ਸਾਨੂੰ ਦਾਲਾਂ ਦੀ ਜ਼ਰੂਰਤ ਆ, ਸਾਨੂੰ ਆਟੇ ਦੀ ਜ਼ਰੂਰਤ ਆ, ਸਾਬਣ ਤੇਲ ਦੀ ਜ਼ਰੂਰਤ ਆ, ਤੇ ਉਹ ਸਾਡੇ ਕੋਲੇ ਛੱਡ ਜਾਂਦੇ ਆ। ਬਾਕੀ ਬਿੱਲ ਵਗੈਰਾ ਹੈਗੇ, ਜਿੰਨਾ ਕੁ ਮੇਰੇ ਕੋਲੇ ਹੁੰਦਾ ਉਹ ਬਾਕੀ ਤੇ ਮੈਂ ਕਰ ਲੈਂਦੀ ਆ, ਨਹੀਂ ਹੁੰਦਾ ਤੇ ਫਿਰ ਘਰਦਿਆਂ ਦਾ ਗਲਾ ਘੁੱਟੀ ਦਾ ਵੀ ਜਿੱਥੋਂ ਮਰਜ਼ੀ ਦਿਓ, ਮੈਨੂੰ ਕੋਈ ਮਤਲਬ ਨਹੀਂ ਹੈਗਾ, ਮੈਨੂੰ ਪੈਸੇ ਚਾਹੀਦੇ ਆ। ਪਰ ਮੈਂ ਆਪਣੀ ਮੰਮੀ ਦੇ ਨਾਂ ਤੇ ਪਤਾ ਨਹੀਂ ਕਿੰਨੇ ਵਾਰੀ ਵਿਆਜ ਤੇ ਪੈਸੇ ਫੜ ਚੁੱਕੀ ਹਾਂ। ਕਦੀ 50,000 ਫੜ ਲਿਆ, ਕਦੀ ਲੱਖ ਫੜ ਲਿਆ, ਕਦੀ 2 ਲੱਖ ਫੜ ਲਿਆ। ਉੱਪਰ ਨੋਟ ਮੰਮੀ ਦੇ ਨਾਂ 'ਤੇ ਬਣਾਉਂਦੀ ਰਹੀ ਹਾਂ ਵੀ ਮੈਨੂੰ ਪੈਸੇ ਚਾਹੀਦੇ ਬਸ, ਜਿੱਥੋਂ ਮਰਜ਼ੀ ਦਿਓ। ਪਰ ਹੁਣ ਜਿਵੇਂ ਜਿਵੇਂ ਲੋਕ ਆਉਂਦੇ ਆ, ਦੇਖਦੇ ਆ, ਉਹਨਾਂ ਨੂੰ ਦੇਖ ਕੇ ਪਤਾ ਚੱਲਦਾ। ਪਰ ਹੁਣ ਲੋਕ ਸਪੋਰਟ ਕਰਨ ਲੱਗ ਗਏ ਜੀ। ਪਰ ਫਾਈਨੈਂਸ਼ੀਅਲੀ ਪ੍ਰੋਬਲਮ ਹਾਲੇ ਵੀ ਹੈਗੀਆਂ ਨੇ ਸਾਡੀਆਂ, ਜਿਹੜੀਆਂ ਅਸੀਂ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ। ਹਾਂਜੀ। ਅਕਸਰ ਧੀਆਂ ਨੂੰ ਹੈ ਨਾ ਇਹ ਕਹਿੰਦੇ ਬਗਾਨਾ ਧਨ, ਬਗਾਨਾ ਧਨ, ਤੁਸੀਂ ਤਾਂ ਸਭ ਕੁਛ ਇੱਥੇ ਹੀ ਬਣਾ ਕੇ ਰੱਖਿਆ ਹੋਇਆ ਹੈ ਨਾ। ਐਂਡ ਜਿਹੜੀਆਂ ਧੀਆਂ ਨੂੰ ਇਹ ਵੀ ਕਹਿ ਦਿੰਦੇ ਨੇ ਕਿ ਧੀਆਂ ਤਾਂ ਘਰ 'ਚ ਆਉਣੀਆਂ ਨਹੀਂ ਚਾਹੀਦੀਆਂ, ਪਹਿਲਾਂ ਪੁੱਤ ਹੋ ਜੇ। ਔਰ ਤੁਹਾਡੇ ਘਰ ਪਹਿਲਾਂ ਤੁਸੀਂ ਆਏ ਹੋ 3 ਭੈਣਾਂ, ਤੁਸੀਂ 4 ਭੈਣਾਂ ਹੋ ਤੁਸੀਂ ਹੈ ਨਾ, 4 ਭੈਣਾਂ, 1 ਭਰਾ ਆ ਤੁਹਾਡਾ ਹੈ ਨਾ। ਅਤੇ ਕਿੰਨੀ ਖੁਸ਼ੀ ਹੁੰਦੀ ਨਾ ਜਦੋਂ ਧੀਆਂ ਕਿਸੇ ਮੁਕਾਮ 'ਤੇ ਪਹੁੰਚ ਜਾਣ, ਤਾਂ ਮਾਪਿਆਂ ਦਾ ਜਿਹੜਾ ਮੋਢੇ ਨੇ ਹੈ ਨਾ, ਉਹ ਹੋਰ ਜਿਹੜੇ ਛਾਤੀ ਜਿਹੜੀ ਚੌੜੀ ਹੋ ਜਾਂਦੀ ਹੈ ਕਿ ਵਾਕਈ ਸਾਡੀਆਂ ਧੀਆਂ ਸਾਡੇ ਮੋਢੇ ਨਾਲ ਮੋਢਾ ਜੁੜ ਕੇ ਖੜੀਆਂ ਹੋਈਆਂ ਨੇ। ਮੇਰੇ ਫਾਦਰ ਮਦਰ ਨੇ ਸਾਨੂੰ ਕਦੇ ਨਹੀਂ ਇਹ ਸਮਝਿਆ ਜੀ ਮੇਰੇ 4 ਲੜਕੀਆਂ ਨੇ, ਨਾ ਬਿਲਕੁਲ ਹੀ ਨਹੀਂ ਕਦੀ ਮਹਿਸੂਸ ਕੀਤਾ ਵੀ 4 ਲੜਕੀਆਂ। ਪਰ ਸਾਨੂੰ ਬਿਲਕੁਲ ਘਰੋਂ ਛੁੱਟੀ ਸੀਗੀ ਵੀ ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ ਤੁਹਾਡਾ, ਕੰਮ ਕਰਕੇ ਆ ਕੇ ਦੱਸ ਦਿਓ ਵੀ ਅਸੀਂ ਆਹ ਕਰਕੇ ਆਏ ਹਾਂ ਜੀ। ਪਹਿਲੇ ਦਿਨ ਤੋਂ ਹੀ ਇਦਾਂ ਦਾ ਸੀ, ਸਟਰੋਂਗ ਬਣਾ ਕੇ ਰੱਖਿਆ ਪੂਰਾ ਸਾਨੂੰ। ਬਿਲਕੁਲ ਕਦੀ ਨਹੀਂ ਇਹ ਹੋਇਆ ਵੀ ਅੱਜ ਸਾਨੂੰ ਕੋਈ ਸਕੂਲ ਛੱਡ ਕੇ ਆਊਗਾ ਜਾਂ ਕੋਈ ਲੈ ਕੇ ਆਊਗਾ। ਜੋ ਵੀ ਕੀਤਾ ਸਭ ਕੁਝ ਆਪ ਕੀਤਾ ਜੀ। ਬਿਲਕੁਲ ਤੁਸੀਂ ਬਹੁਤ ਬਹਾਦਰ ਹੋ ਔਰ ਬਹੁਤ ਬਹਾਦਰੀ, ਦਲੇਰ ਔਰਤ ਕਹਿ ਸਕਦੇ ਹਾਂ ਤੁਹਾਨੂੰ ਹੈ ਨਾ। ਔਰ ਤੁਸੀਂ ਬਹੁਤ ਦਲੇਰੀ ਨਾਲ ਹਰ ਮੁਸੀਬਤ ਦਾ ਸਾਹਮਣਾ ਵੀ ਕੀਤਾ ਹੈ, ਔਰ ਤੁਸੀਂ ਕਈ ਆਪਣੇ ਜਿਹੜੇ ਪਲ ਨਹੀਂ ਸਾਂਝੇ ਕੀਤੇ, ਜਿਹੜੇ ਕੌੜੇ ਤਜਰਬੇ ਤੁਹਾਡੀ ਜ਼ਿੰਦਗੀ 'ਚ ਰਹੇ ਨੇ। ਪਰ ਇੱਕ ਆਸ ਜ਼ਰੂਰ ਕਰਦੇ ਹਾਂ ਕਿ ਜਿਸ ਤਰੀਕੇ ਤੁਸੀਂ ਕੰਮ ਕਾਜ ਕਰ ਰਹੇ ਹੋ, ਇੱਕ ਹਿੰਮਤੀ ਔਰਤ ਹੀ ਕਰ ਸਕਦੀ ਹੈ। ਨਹੀਂ ਤਾਂ ਅੱਜ ਕੱਲ੍ਹ ਜਿਹੜੇ ਨੇ ਬਹੁਤ ਛੇਤੀ ਜਿਹੜੀਆਂ ਔਰਤਾਂ ਨੇ ਹਿੰਮਤ ਹਾਰ ਜਾਂਦੀਆਂ ਨੇ। ਜੇ ਕਿਸੇ ਨੂੰ ਸਹੁਰੇ ਪਰਿਵਾਰ ਨੇ ਘਰੋਂ ਕੱਢ ਤਾਂ ਮੌਤ ਨੂੰ ਵੀ ਗਲੇ ਲਗਾ ਲੈਂਦੀਆਂ ਨੇ। ਉਹ ਨਹੀਂ ਚਾਹੁੰਦੀਆਂ ਕਿ ਅਸੀਂ ਇਸ ਜ਼ਿੰਦਗੀ ਨੂੰ ਸੋਹਣਾ ਤਰੀਕੇ ਨਾਲ ਜੀਏ। ਤਾਂ ਉਹਨਾਂ ਔਰਤਾਂ ਨੂੰ, ਉਹਨਾਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ, ਜਾਂ ਉਹਨਾਂ ਜਿਹੜੇ ਮਰਦ ਨੇ ਜਿਹੜੇ ਆਪਣੇ ਘਰ 'ਚ ਲਕਸ਼ਮੀ ਨੂੰ ਲਿਆ ਕੇ ਵੀ ਠੋਕਰ ਮਾਰ ਦਿੰਦੇ ਨੇ? ਮੈਨੂੰ ਅੱਜ ਤੱਕ ਕਦੇ ਨਹੀਂ ਮਹਿਸੂਸ ਹੋਇਆ ਜੀ ਵੀ ਮੈਂ ਥੱਕ ਗਈ ਹਾਂ ਜਾਂ ਮੇਰੇ ਤੋਂ ਆਹ ਕੰਮ ਨਹੀਂ ਹੋਣਾ। ਮੈਨੂੰ ਤੇ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਮੈਨੂੰ ਇੱਦਾਂ ਮਹਿਸੂਸ ਹੋ ਜਾਂਦਾ ਵੀ ਮੈਂ ਹਲੇ ਵਿਹਲੀ ਹੋਈ ਹਾਂ, ਮੇਰੇ ਕੋਲੇ ਕੋਈ ਕੰਮ ਨਹੀਂ ਹੈਗਾ। ਪਰ ਲੜਕੀਆਂ ਲਈ ਮੈਂ ਇਹ ਕਹੂੰਗੀ ਜੀ, ਜਿੰਨਾ ਟਾਈਮ ਤੁਸੀਂ ਆਪ ਨਹੀਂ ਸਟਰੋਂਗ ਹੁੰਦੇ ਨਾ, ਤੁਸੀਂ ਉਹਨਾਂ ਟਾਈਮ ਕੁਛ ਨਹੀਂ ਕਰ ਸਕਦੇ। ਤੁਸੀਂ ਕਿਸੇ ਦਾ ਸਹਾਰਾ ਤੱਕੋ ਨਾ ਵੀ ਮੈਨੂੰ ਇਹ ਹੈਲਪ ਕਰੂ, ਉਹ ਹੈਲਪ ਕਰੂ, ਨੋ। ਤੁਸੀਂ
ਤੁਹਾਡੀ ਲਾਈਫ ਦਾ ਮਕਸਦ ਕੀ ਹੈ। ਜਿੰਨਾ ਟਾਈਮ ਤੁਸੀਂ ਆਪ ਨਹੀਂ ਸਟਰੋਂਗ ਹੁੰਦੇ ਤੁਸੀਂ ਕੁਝ ਨਹੀਂ ਕਰ ਸਕਦੇ। ਕਿੰਨਾ ਕੁ ਟਾਈਮ ਤੁਸੀਂ ਕਿਸੇ ਤੇ ਬਲਬੂਤੇ ਤੇ ਜਿਓਗੇ, ਕਿੰਨਾ ਕੁ ਟਾਈਮ ਤੁਸੀਂ ਉਹਨਾਂ ਦੇ ਸਹਾਰੇ ਤੇ ਬੈਠੋਗੇ। ਠੀਕ ਹੈ ਨਾ। ਤੇ ਉਹਨਾਂ ਨੂੰ ਬਸ ਲੜਕੀਆਂ ਨੂੰ ਇੱਕੋ ਹੀ ਅਪੀਲ ਆ ਜੀ, ਥੋੜਾ ਜਿਹਾ ਆਪ ਸਟਰੋਂਗ ਹੋਵੋ, ਆਪਣੇ ਪੈਰਾਂ ਤੇ ਖੜੇ ਹੋਵੋ। ਠੀਕ ਹੈ ਨਾ। ਤੇ ਥੋੜਾ ਜਿਹਾ ਆਪਣੀ ਲਾਈਫ ਨੂੰ ਇਸ ਹਿਸਾਬ ਨਾਲ ਜਿਵੋ ਕਿ ਜੇ ਮੈਂ ਕੰਮ ਕਰਨਾ ਹੈ ਤੇ ਉਹਨੂੰ ਕਰਨਾ ਹੈ, ਲੇਕਿਨ ਤੁਸੀਂ ਗਲਤ ਕਦਮ ਨਾ ਚੁੱਕੋ ਜਿਹਦੇ ਨਾਲ ਤੁਹਾਡੇ ਤੋਂ ਵਿਸ਼ਵਾਸ ਉੱਠ ਜਾਵੇ। ਠੀਕ ਹੈ ਨਾ। ਅਗਰ ਤੁਸੀਂ ਸਹੀ ਹੋ ਤੇ ਮੇਰੇ ਹਿਸਾਬ ਨਾਲ ਤੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਤੁਹਾਨੂੰ ਕੋਈ ਕਹੂਗਾ ਜੀ ਤੁਸੀਂ ਆਹ ਕੰਮ ਨਹੀਂ ਕਰਨਾ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਊਗੀ। ਪ੍ਰੋਬਲਮ ਉੱਥੇ ਹੀ ਆਉਂਦੀਆਂ ਹੁੰਦੀਆਂ ਜਿੱਥੇ ਬੰਦਾ ਸਹੀ ਨਾ ਚੱਲਦਾ ਹੋਵੇ। ਠੀਕ ਹੈ ਨਾ। ਤੁਹਾਡੇ ਤੁਸੀਂ ਆਪਣੇ ਘਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਲੇ ਦਾਲੇ ਨੂੰ ਉਸ ਹਿਸਾਬ ਨਾਲ ਡੀਲ ਕਰੋ ਕਿ ਤੁਹਾਨੂੰ ਕਹਿਣ ਦਾ ਮੌਕਾ ਹੀ ਨਾ ਮਿਲੇ। ਪਰ ਜਿੰਨਾ ਟਾਈਮ ਤੁਸੀਂ ਆਪ ਨਹੀਂ ਸਟਰੋਂਗ ਹੁੰਦੇ ਉਹਨਾਂ ਟਾਈਮ ਤੁਸੀਂ ਕੁਝ ਨਹੀਂ ਕਰ ਸਕਦੇ। ਲਾਸਟ ਕੁਐਸਚਨ ਹੋਏਗਾ ਮੇਰਾ, ਇਹ ਪੁੱਛਾਂਗੇ ਜਿਹੜੇ ਤੁਹਾਡੇ ਕੋਲ ਇੱਥੇ ਰਹਿ ਰਹੇ ਨੇ ਹਨਾ, ਉਹਨਾਂ ਦੇ ਪਰਿਵਾਰ ਮਿਲਣ ਆਉਂਦੇ ਜਾਂ ਕਦੇ ਤੁਸੀਂ ਕੋਈ ਟਾਈਮ ਰੱਖਿਆ ਕਿ ਜੇ ਆਉਣਾ ਚਾਹੋ ਤਾਂ ਮਿਲ ਸਕਦੇ ਹੋ? ਸਾਂਭ ਤਾਂ ਨਹੀਂ ਸਕੇ ਜੇ ਕਿਤੇ ਦਿਲ ਕਈ ਵਾਰ ਕਰ ਹੀ ਪੈਂਦਾ ਕਿ ਮਾਂ ਨੂੰ ਦੇਖਣ ਦਾ। ਸਾਡੇ ਕੋਲੇ ਅੱਜ ਤੱਕ ਹੁਣ ਜਿੰਨੇ ਬਜ਼ੁਰਗ ਨੇ ਜੀ, ਨਹੀਂ ਕੋਈ ਨਹੀਂ ਆਉਂਦਾ ਮਿਲਣ, ਨਹੀਂ ਆਉਂਦੇ? ਕੋਈ ਨਹੀਂ ਮਿਲਣ ਆਉਂਦਾ। ਕਿਸੇ ਰਿਸ਼ਤੇਦਾਰ ਨੂੰ ਜੇ ਕੋਈ ਜਿਹੜਾ ਕੋਈ ਛੱਡ ਕੇ ਗਿਆ ਉਹਨੂੰ ਕਹਿ ਦਈਏ, ਜਾਂ ਕਿਸੇ ਪੰਚਾਇਤ ਮੈਂਬਰ ਨੂੰ ਜਾ ਕੇ ਜਿਹੜੇ ਛੱਡ ਕੇ ਜਾਂਦੇ ਉਹਨਾਂ ਨੂੰ ਕਹਿ ਦਈਏ ਵੀ ਚੱਲ ਤੁਸੀਂ ਮਿਲ ਜਾਓ ਆ ਕੇ, ਉਹ ਜ਼ਰੂਰ ਆ ਕੇ ਮਿਲ ਜਾਂਦੇ ਆ। ਲੇਕਿਨ ਘਰ ਦੇ ਜਿਨ੍ਹਾਂ ਨੇ ਪਹਿਲਾਂ ਹੀ ਨਹੀਂ ਪੁੱਛਿਆ ਉਹਨਾਂ ਨੇ ਆ ਕੇ ਮਿਲਣਾ ਕੀ ਆ। ਇਹ ਕਦੇ ਦੱਸਦੇ ਕਿ ਸਾਡਾ ਪਰਿਵਾਰ ਇਦਾਂ ਦਾ ਹੋਇਆ ਕਰਦਾ ਸੀ? ਇਹ ਦੱਸਦੇ ਨੇ? ਹਾਂ, ਬਿਲਕੁਲ ਪੁੱਛਦੇ ਹਾਂ ਅਸੀਂ ਬਜ਼ੁਰਗਾਂ ਨਾਲ ਪੂਰਾ ਐਂਟਰਟੇਨਮੈਂਟ ਕਰਦੇ ਹਾਂ, ਹਰ ਗੱਲ ਸ਼ੇਅਰ ਕਰਦੇ ਆ ਬਜ਼ੁਰਗ ਮੇਰੇ ਨਾਲ। ਮੈਨੂੰ ਆਉਂਦੀ ਨੂੰ ਦੇਖ ਕੇ ਕਹਿਣਗੇ ਵੀ ਅਸੀਂ ਅੱਜ ਆਹ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ। ਠੀਕ ਹੈ ਨਾ। ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੁਝ ਮਹਿਸੂਸ ਹੀ ਨਹੀਂ ਹੋਣ ਦਿੰਦੇ ਅਸੀਂ ਵੀ ਇਹਨਾਂ ਨੂੰ ਨਾ ਕਦੇ ਪਰਿਵਾਰ ਯਾਦ ਆਉਣ ਦੇ। ਤਾਂ ਪਰ ਇਹ ਹੈਗਾ ਵੀ ਜਿਹੜੇ ਹੁਣ ਪਰਿਵਾਰ ਛੱਡ ਕੇ ਆਏ ਵੇ ਆ ਉਹਨਾਂ ਨੂੰ ਪਰਿਵਾਰ ਯਾਦ ਜ਼ਰੂਰ ਹੁੰਦਾ ਪਰ ਉਹ ਜ਼ਾਹਰ ਨਹੀਂ ਕਰਦੇ। ਠੀਕ ਹੈ ਨਾ। ਪਰ ਅਸੀਂ ਇੱਥੇ ਇਦਾਂ ਦਾ ਮਾਹੌਲ ਰੱਖਿਆ ਹੋਇਆ ਬਜ਼ੁਰਗਾਂ ਨਾਲ ਕਿ ਉਹਨਾਂ ਨੂੰ ਇਦਾਂ ਦਾ ਮਹਿਸੂਸ ਹੋਵੇ ਹੀ ਨਾ। ਹਾਂਜੀ। ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗੀ। ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਕਿ ਡੈਥ ਹੋ ਜਾਂਦੀ ਹੈ ਨਾ ਕਿਸੇ ਦੀ, ਤਾਂ ਤੁਸੀਂ ਉਦੋਂ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਦੇ ਹੋ ਕਿ ਅੱਜ ਤੁਹਾਡਾ ਜਿਹੜਾ ਜੀ ਹੈ ਉਹ ਰੁਖਸਤ ਹੋਇਆ ਦੁਨੀਆ ਤੋਂ, ਤਾਂ ਅੰਤਿਮ ਵਿਦਾਇਗੀ ਦੇ ਲਈ ਆ ਜਾਓ, ਕੋਈ ਆਉਂਦਾ ਇੱਦਾਂ? ਕਦੇ ਸੰਪਰਕ ਕੀਤਾ ਤੁਸੀਂ? ਅਸੀਂ ਜਦੋਂ ਵੀ ਸਾਡੇ ਕੋਲੇ ਕਿਸੇ ਬਜ਼ੁਰਗ ਦੀ ਡੈਥ ਹੁੰਦੀ ਹੈ ਨਾ ਜੀ, ਅਸੀਂ 3 ਘੰਟੇ 5 ਘੰਟੇ ਦਾ ਟਾਈਮ ਦਿੰਦੇ ਹਾਂ। ਪੰਚਾਇਤ ਨੂੰ ਵੀ ਸੰਪਰਕ ਕਰਦੇ ਹਾਂ, ਪਰਿਵਾਰਕ ਮੈਂਬਰਾਂ ਨੂੰ ਵੀ ਸੰਪਰਕ ਕਰਦੇ ਹਾਂ ਵੀ ਇਦਾਂ ਕਰਕੇ ਬਜ਼ੁਰਗ ਦੀ ਡੈਥ ਹੋ ਗਈ ਆ ਤੇ ਇੰਨੇ ਵਜੇ ਸੰਸਕਾਰ ਆ, ਵੀ ਤੁਸੀਂ ਦੱਸੋ ਕਿੰਨੇ ਵਜੇ ਆਓਗੇ। ਤੇ ਮੇਰੇ ਖਿਆਲ 'ਚ ਕੋਈ ਰਿਸ਼ਤੇਦਾਰ ਭਾਵੇਂ ਜਿਹੜਾ ਕੋਈ ਛੱਡ ਕੇ ਗਿਆ ਉਹ ਆ ਜਾਂਦਾ, ਪਰ ਲੇਕਿਨ ਇਦਾਂ ਕੋਈ ਨਹੀਂ ਆਇਆ ਜੀ ਅੱਜ ਤੱਕ। ਇੱਕ ਮਾਤਾ ਸਾਡੇ ਕੋਲੇ ਡੈਥ ਹੋਈ ਹੈ ਇੱਕ ਬਜ਼ੁਰਗ ਦੀ, ਅਸੀਂ ਉਹਦੀ ਬੇਟੀ ਨੂੰ ਫੋਨ ਕੀਤਾ ਜੀ ਜਦੋਂ ਸਾਡੇ ਕੋਲੇ ਛੱਡ ਕੇ ਗਈ ਸੀਗੀ ਨਾ, ਕਹਿੰਦੀ ਮੇਰੀ ਪੜੋਸਣ ਆ। ਓਏ ਹੋਏ, ਅੱਛਾ। ਤੇ 6 ਮਹੀਨਿਆਂ ਬਾਅਦ ਕਹਿੰਦੀ ਜੀ ਇਹ ਮੇਰੀ ਭੂਆ ਆ। ਚਲੋ ਪੜੋਸਣ ਤੇ ਭੂਆ ਤੇ ਆ ਗਈ। ਫਿਰ ਸਾਡੇ ਕੋਲੇ 3 ਮਹੀਨਿਆਂ ਬਾਅਦ ਅਸੀਂ ਉਹਨੂੰ ਫੋਨ ਕੀਤਾ, ਕਹਿੰਦੀ ਇਹ ਮੇਰੀ ਮਾਂ ਆ ਪਰ ਮੈਨੂੰ ਪਾਲਿਆ ਮੇਰੀ ਭੂਆ ਨੇ ਤੇ ਮੈਂ ਭੂਆ ਕੋਲ ਰਹਿੰਦੀ ਹਾਂ। ਚਲੋ ਟਾਈਮ ਨਿਕਲ ਗਿਆ ਜੀ, ਮਾਤਾ ਨਾ ਬਿਮਾਰ ਰਹਿਣ ਲੱਗ ਗਈ। ਅਸੀਂ ਉਹਨੂੰ ਫੋਨ ਕੀਤਾ ਵੀ ਮਾਤਾ ਵੀ ਇਦਾਂ ਕਰਕੇ ਮਾਤਾ ਬਹੁਤ ਬਿਮਾਰ ਆ, ਵੀ ਤੁਸੀਂ ਆ ਕੇ ਜਾਓ। ਮੇਰੇ ਖਿਆਲ 'ਚ 3-4 ਦਿਨ ਉਹਨੇ ਸਾਨੂੰ ਟਾਈਮ ਨਹੀਂ ਦਿੱਤਾ। ਜਿਸ ਦਿਨ ਆਈ ਇੱਕ ਸੂਟ ਲਿਆਈ ਨਾਲ, ਕਹਿੰਦੀ ਕੱਲ੍ਹ ਨੂੰ ਕੋਈ ਗੱਲ ਹੁੰਦੀ ਆ ਨਾ ਤੇ ਆਹ ਸੂਟ ਜ਼ਰੂਰ ਪਾ ਦਿਓ। ਅੱਛਾ। ਉਹ ਆ ਕੇ ਗਈ 12:30-1 ਵਜੇ ਸਾਡੇ ਕੋਲ ਆਈ, ਸਾਡੇ ਕੋਲੋਂ 4 ਵਜੇ ਗਈ ਆ ਉਹ। ਤੇ ਮਾਤਾ ਸਾਡੇ ਕੋਲੋਂ 7 ਵਜੇ ਚੜ੍ਹਾਈ ਕਰ ਗਈ ਜੀ। ਓਹੋ। ਜਿੱਦਾਂ ਉਹਨੂੰ ਉਡੀਕਦੀ ਹੁੰਦੀ ਆ ਨਾ, 7 ਵਜੇ ਚੜ੍ਹਾਈ ਕਰ ਗਈ। ਮੈਂ ਉਹਨੂੰ 8 ਵਜੇ ਫੋਨ ਕੀਤਾ। ਜਦੋਂ ਅਸੀਂ ਉਹਨੂੰ ਫਰਿੱਜ ਚਲਾ ਦਿੱਤਾ 8 ਵਜੇ ਮੈਂ ਫੋਨ ਕੀਤਾ। ਮੈਂ ਕਿਹਾ ਵੀ ਉਹਦਾ ਫੋਨ ਉਹਦੇ ਹਸਬੈਂਡ ਨੇ ਚੁੱਕਿਆ। ਮੈਨੂੰ ਕਹਿੰਦਾ ਜੀ ਅਸੀਂ ਚੰਡੀਗੜ੍ਹ ਪਹੁੰਚ ਗਏ। ਮੈਂ ਕਿਹਾ ਵੀ ਇਦਾਂ ਕਰਕੇ ਮਾਤਾ ਪੂਰੀ ਹੋ ਗਈ ਆ, ਵੀ ਤੁਸੀਂ ਸਵੇਰੇ ਸੰਸਕਾਰ ਕਰਨਾ ਸੀ ਤੇ ਤੁਸੀਂ ਦੱਸੋ ਕਿੰਨੇ ਵਜੇ ਆਓਗੇ। ਮੈਨੂੰ ਕਹਿੰਦਾ ਮੈਂ ਨਾ 10 ਵਜੇ ਘਰੇ ਪਹੁੰਚਣਾ ਤੇ ਵੀ ਮੈਂ ਘਰੇ ਜਾ ਕੇ ਗੱਲ ਕਰਾ ਦੇਣਾ। ਮੇਰੇ ਕੋਲੇ 10 ਵਜੇ ਤੱਕ ਫੋਨ ਨਹੀਂ ਆਇਆ ਜੀ। ਮੈਂ 11 ਵਜੇ ਫਿਰ ਫੋਨ ਕੀਤਾ ਰਾਤ ਨੂੰ। ਮੈਂ ਕਿਹਾ ਵੀ ਮਾਤਾ ਚੜ੍ਹਾਈ ਕਰ ਗਈ, ਵੀ ਤੁਸੀਂ ਕਿੰਨੇ ਵਜੇ ਆਓਗੇ ਸਵੇਰੇ। मैडम जी मेरे पास ना समय नहीं है, मैं नहीं आ सकती। मैं सवेरे मैं उन्होंने टाइम देता, मैं कहा भी असी 10 वजे संस्कार करना, तुसी मेरे कोले आश्रम च ना आयो, तुसी मेरे कोले 10 वजे शमशान घाट पहुँच जियो। नहीं मैं नहीं आ सकती।
ਚਲੋ ਜੀ, ਸੰਸਕਾਰ ਅਸੀਂ ਜਦੋਂ ਸੰਸਕਾਰ ਕੀਤਾ ਮੈਂ ਉਹਨੂੰ ਫਿਰ ਫੋਨ ਕੀਤਾ, ਮੈਂ ਕਿਹਾ ਜੀ ਅਸੀਂ ਸੰਸਕਾਰ ਕਰਤਾ। ਅਸੀਂ ਵੀ ਉਹਨੂੰ ਦੇਖਦੇ ਸੀ ਵੀ ਇਹ ਕਿੱਥੇ ਤੱਕ ਜਾਂਦੀ ਆ। ਸੰਸਕਾਰ ਕਰਤਾ, ਕਹਿੰਦੀ ਠੀਕ ਆ, ਬਹੁਤ ਬੜੀਆ ਕੀਆ ਆਪਨੇ। ਅੱਛਾ, ਮੈਂ ਕਿਹਾ ਹੁਣ ਅਸੀਂ ਸਵੇਰੇ ਫੁੱਲ ਚੁਗਣੇ ਆ ਤੇ ਤੁਸੀਂ ਦੱਸੋ ਕਿੰਨੇ ਵਜੇ ਆਓਗੇ? ਮੈਡਮ ਜੀ ਮੈਂ ਨਹੀਂ ਆ ਸਕਦੀ। ਅੱਛਾ ਜੀ, ਅਸੀਂ ਫੁੱਲ ਚੁਗ ਲਏ। ਮੈਂ ਕਿਹਾ ਹੁਣ ਅਸੀਂ ਇਹਨਾਂ ਨੂੰ ਇੱਥੇ ਰੱਖ ਚੱਲੇ, ਫੁੱਲ ਚੁਗ ਲਏ ਤੇ ਤੁਸੀਂ ਦੱਸੋ ਕਦੋਂ ਲੈ ਕੇ ਜਾਓਗੇ? मैडम जी बात ये है कि मैं ना आ नहीं सकती, मेरी मजबूरी है। ऐसा करो आप ना इसको ब्यास लेके जाना। मैनू गुस्सा चढ़ गया। मैं कहा मैं इनू खूह च सिट्टां, मैं इनू नहर च सिट्टां, मैं नहीं ब्यास लेके जाती। तेन कहनी मेरे को ना संतुष्टि मिल जाएगी। मैं कहा मैनू तेरी संतुष्टि की लोड़ नहीं हैगी हुण, ठीक है ना। हुण असीं इहनूं की करना, असीं आपे देख लांगे। तेरी संतुष्टि नूं असीं की कराउणा? तेरी माँ सी, तेरे कोलों संस्कार ते नहीं आएगा, तेरी माँ सी तेरे फुल्लां ते नहीं आई तू, ठीक है ना। ते हुण तू कहनी भी उहनूं ब्यास लैके जाओ। मैं कहा मैं नहीं लैके जाती, आपे ले जाके मेरे को संतुष्टि मिल जाएगी, मेरे मन को ना चैन आ जाएगी। मैं कहा मैनूं तेरे चैन की लोड़ नहीं हैगी हुण, ठीक है ना। हुण इहनूं मैं जिथे मर्जी लैके जावां। ਇਹੋ ਜਿਹੇ ਬੱਚੇ ਵੀ ਹੈਗੇ ਆ ਜੀ। ਕਿੰਨਾ ਕਹਿੰਦੇ ਨਾ ਲੇਖਾ ਦਿੰਦੇ ਅਸੀਂ ਇੱਥੇ ਹੀ ਆ, ਹੈ ਨਾ। ਜੇ ਅੱਜ ਇਹ ਉਹਨਾਂ ਦੇ ਨਾਲ, ਆਪਣੀ ਮਾਂ ਦੇ ਨਾਲ ਇਦਾਂ ਕੀਤਾ, ਪਹਿਲਾਂ ਮਾਂ ਨੂੰ ਪਛਾਣਨ ਤੋਂ ਇਨਕਾਰ ਕਰਤਾ, ਜੇ ਮੌਤ ਦੇ ਮੂੰਹ ਚਲ ਗਈ ਮਾਂ ਤੇ ਆਈ ਤੱਕ ਨਹੀਂ ਹੈ, ਢਿੱਡੋਂ ਜੰਮੀ ਹੋਈ ਧੀ ਨਹੀਂ ਆਈ। ਪਹਿਲਾਂ ਆਪਾਂ ਪੁੱਤਾਂ ਦੇ ਕਹਿੰਦੇ ਨਾ ਕਿ ਪੁੱਤ ਠੋਕਰ ਮਾਰਦੇ ਆ, ਧੀਆਂ ਵੀ ਮਾਰਦੀਆਂ ਨੇ ਬਹੁਤ। ਤੇ ਠੀਕ ਹੈ, ਜੇ ਅਸੀਂ ਗੱਲ ਕਰਦੇ ਹਾਂ ਤਾਂ ਲੇਖਾ ਜੋਖਾ ਹੁੰਦਾ, ਭਲਕੇ ਉਹਨਾਂ ਨਾਲ ਵੀ ਇਦਾਂ ਸਾਹਮਣੇ ਆ ਸਕਦਾ, ਉਹਨਾਂ ਦੇ ਬੱਚੇ ਵੀ ਐਵੇਂ ਕਰ ਸਕਦੇ ਆ। ਬਿਲਕੁਲ ਆਉਣਾ ਜੀ। ਸਾਡੇ ਕੋਲ ਇੱਕ ਬਜ਼ੁਰਗ ਇਦਾਂ ਦਾ ਆਇਆ ਵੀ ਉਹਦਾ ਜਿਹੜਾ ਫਾਦਰ ਸੀਗਾ ਉਹ ਵੀ ਸਾਡੇ ਕੋਲੇ ਰਿਹਾ, ਉਹਦਾ ਜਿਹੜਾ ਲੜਕਾ ਸੀ ਉਹ ਵੀ ਸਾਡੇ ਕੋਲੇ ਕੁਛ ਟਾਈਮ ਰਿਹਾ, ਤੇ ਅੱਜ ਉਹਦਾ ਜਿਹੜਾ ਪੋਤਰਾ ਹੈਗਾ ਨਾ ਤੇ ਉਹ ਵੀ ਧੱਕੇ ਹੀ ਖਾ ਰਿਹਾ। ਹਾਂਜੀ, ਇਹ ਤੇ ਕਰਨੀਆਂ ਧਰਨੀਆਂ ਇੱਥੇ ਹੀ ਨੇ ਸਾਰੀਆਂ ਜੀ। ਐਵੇਂ ਕਹਿ ਦਿੰਦੇ ਆ ਲੋਕ ਨਰਕ ਆ ਸਵਰਗ ਆ, ਜੇ ਆ ਉਹ ਆ। ਨਰਕ ਸਵਰਗ ਇੱਥੇ ਹੀ ਆ, ਗਾਂਹ ਜਾ ਕੇ ਕਿਸੇ ਨੇ ਨਹੀਂ ਦੱਸਿਆ ਵੀ ਨਰਕ ਕੀ ਆ ਤੇ ਸਵਰਗ ਕੀ ਆ, ਠੀਕ ਹੈ ਨਾ। ਤੇ ਜਦ ਜਿਹੋ ਜਿਹਾ ਤੁਸੀਂ ਆਪ ਕਰੋਗੇ ਉਹੋ ਜਿਹਾ ਤੁਸੀਂ ਕਰਾਓਗੇ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਸੀ, ਤੁਹਾਡਾ ਕੰਮ ਵੀ ਵਿੱਚ ਰੁਕਵਾਇਆ ਸੀਗਾ, ਹੈ ਨਾ। ਤੇ ਮਾਫੀ ਵੀ ਚਾਹੁੰਦੇ ਹਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਤੰਗ ਵੀ ਕੀਤਾ ਸੀ, ਪਰ ਤੁਸੀਂ ਜਿੰਨਾ ਹਿੰਮਤ ਔਰ ਦਲੇਰੀ ਦਿਖਾ ਕੇ ਕੰਮ ਕਰ ਰਹੇ ਹੋ, ਇਹ ਬਹੁਤ ਹੀ ਕਾਬਲੇ ਤਾਰੀਫ ਆ। ਔਰ ਇਵੇਂ ਦੀਆਂ ਔਰਤਾਂ ਤੇ ਹਰ ਇੱਕ ਨੂੰ ਮਾਣ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ ਸਾਰਿਆਂ ਦਾ। ਪਰ ਮੈਂ ਇੱਕ ਗੁਜ਼ਾਰਿਸ਼ ਕਰੂੰਗੀ, ਸਭ ਦੇ ਅੱਗੇ ਰਿਕੁਐਸਟ ਕਰੂੰਗੀ, ਤੁਹਾਨੂੰ ਕਿਸੇ ਵੇਲੇ ਕੋਈ ਲਵਾਰਿਸ ਬਜ਼ੁਰਗ ਮਿਲਦਾ ਜਾਂ ਕੋਈ ਤੁਹਾਨੂੰ ਲਵਾਰਿਸ ਬੱਚਾ ਮਿਲਦਾ ਤਾਂ ਤੁਸੀਂ ਕਿਸੇ ਵੇਲੇ ਵੀ ਬਿਰਧ ਆਸ਼ਰਮ ਦੇ ਵਿੱਚ ਸੰਪਰਕ ਕਰ ਸਕਦੇ ਹੋ। ਨਿਸ਼ਕਾਮ ਸੇਵਾ ਬਿਰਧ ਆਸ਼ਰਮ, ਬਰਨਾਲਾ ਚੌਕ, ਰਾਏਕੋਟ, 9872 95937। ਤੁਹਾਨੂੰ ਕਿਸੇ ਵੀ ਵੇਲੇ ਕੋਈ ਬਜ਼ੁਰਗ ਮਿਲਦਾ, ਬੱਚਾ ਮਿਲਦਾ, ਉਹਨੂੰ ਛੱਡ ਸਕਦੇ ਹੋ। ਕਿਸੇ ਵੇਲੇ ਤੁਸੀਂ ਕੋਈ ਡੋਨੇਸ਼ਨ ਦੇਣੀ ਚਾਹੁੰਦੇ ਹੋ, ਸਾਡਾ ਕੋਈ ਵੀ ਬੰਦਾ ਬਾਹਰੋਂ ਮੰਗਣ ਨਹੀਂ ਜਾਂਦਾ ਜੀ। ਸਾਡਾ ਕੋਈ ਵੀ ਬੰਦਾ ਇਹ ਨਹੀਂ ਹੈਗਾ ਵੀ ਅੱਜ ਇਸ ਥਾਂ ਤੋਂ ਮੰਗ ਕੇ ਲਿਆਊਗਾ, ਉਸ ਥਾਂ ਤੋਂ। ਸਾਡਾ ਇਦਾਂ ਕੋਈ ਬੰਦਾ ਨਹੀਂ ਛੱਡਿਆ। ਤੁਸੀਂ ਕਿਸੇ ਨੇ ਵੀ ਕੋਈ ਡੋਨੇਸ਼ਨ ਦੇਣੀ ਹੈਗੀ ਆ ਤੇ ਤੁਸੀਂ ਸਿੱਧਾ ਆਸ਼ਰਮ ਦੇ ਵਿੱਚ ਸੰਪਰਕ ਕਰੋ। ਕਿਸੇ ਵੇਲੇ ਵੀ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਤੁਸੀਂ ਆਸ਼ਰਮ ਦੇ ਵਿੱਚ ਆ ਕੇ ਵਿਜ਼ਿਟ ਕਰੋ ਤੇ ਜੋ ਕੁਝ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਸ਼ਰਮ ਦੇ ਵਿੱਚ ਆ ਕੇ ਡੋਨੇਟ ਕਰ ਸਕਦੇ ਹੋ। ਲੇਕਿਨ ਸਾਡਾ ਕੋਈ ਵੀ ਬੰਦਾ ਬਾਹਰ ਮੰਗਣ ਨਹੀਂ ਜਾਂਦਾ ਜੀ। ਜੀ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਬਿਲਕੁਲ ਜੀ, ਇਸ ਦਿਨ ਸਾਡੇ ਨਾਲ ਰਵੀ ਦੇਵਗਨ ਦੇ ਨਾਮ ਹੀ ਰਵੀ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਇਹ ਬਲਬੂਤੇ ਵਾਲੇ ਨੇ ਔਰ ਕਿੰਨੀ ਬਹਾਦਰ ਔਰਤ ਹੈ। ਔਰ ਇੱਕ ਜਿਹੜੀ ਹੈ ਨਾ, ਅਪੀਲ ਜ਼ਰੂਰ ਕਰਾਂਗੇ ਸਾਰਿਆਂ ਨੂੰ ਕਿ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ ਦੇਸ਼ ਵਿੱਚ ਜਾਂ ਪੰਜਾਬ ਦੇ ਵਿੱਚ ਬਿਰਧ ਆਸ਼ਰਮ ਹੈ ਨਾ, ਰੱਬ ਕਰੇ ਬੰਦ ਹੋ ਜਾਣ, ਕਿ ਹਰ ਇੱਕ ਬੱਚਾ ਆਪਣੇ ਮਾਪਿਆਂ ਦੀ ਘਰ 'ਚ ਸੇਵਾ ਕਰੇ, ਕਿਸੇ ਮਾਂ-ਬਾਪ ਨੂੰ ਉਹ ਠੁਕਰਾਵੇ ਨਾ। ਔਰ ਹਰ ਜਿਹੜੇ ਇੱਕ ਮਾਵਾਂ ਜਿਹੜੀਆਂ ਬੱਚਿਆਂ ਨੂੰ ਪਾਲ ਕੇ ਬੁੱਢੀਆਂ ਹੋ ਜਾਂਦੀਆਂ ਨੇ, ਪਰ ਜਦੋਂ ਉਹਨਾਂ ਦਾ ਵੇਲਾ ਦਾ ਸਾਂਭਣ ਦਾ ਬੱਚੇ ਨਹੀਂ ਸਾਂਭਦੇ, ਤਾਂ ਬੱਚਿਆਂ ਦੇ ਮਨਾਂ ਦੇ ਵਿੱਚ ਪਰਮਾਤਮਾ ਕੋਈ ਐਸੀ ਸ਼ਕਤੀ ਭਰ ਦੇਵੇ ਕਿ ਕੋਈ ਵੀ ਮਾਂ-ਬਾਪ ਬਾਹਰ ਸੜਕਾਂ 'ਤੇ ਰੁਲੇ ਨਾ, ਤੇ ਕੋਈ ਮਾਂ ਆਪਣੇ ਬੱਚੇ ਨੂੰ ਜੰਮ ਕੇ ਢਿੱਡੋਂ ਸੜਕਾਂ 'ਤੇ ਸੁੱਟੇ ਨਾ। ਤੇ ਦੂਜੀ ਗੱਲ ਕਿ ਜੇਕਰ ਇਹ ਆਸਰੇ ਬਣ ਹੀ ਗਏ ਨੇ, ਨਿਆਸਰਾਂ ਦੇ ਆਸਰੇ ਬਣ ਚੁੱਕੇ ਨੇ, ਤਾਂ ਫਿਰ ਜਿਹੜੇ ਲੋਕ ਇੱਥੇ ਰਹਿੰਦੇ ਨੇ ਤਾਂ ਉਹਨਾਂ ਦੇ ਲਈ ਆਪਣਾ ਦਿਲ ਜ਼ਰੂਰ ਖੋਲ੍ਹਿਓ, ਕਿਉਂਕਿ ਸਾਡੇ ਜਿਹੜੇ ਪੰਜਾਬੀ ਨੇ ਜੋ ਵਿਦੇਸ਼ਾਂ ਦੇ ਵਿੱਚ ਵਸਦੇ ਨੇ, ਹਮੇਸ਼ਾ ਜਿਹੜੇ ਨੇ ਭੱਜ ਕੇ ਆਉਂਦੇ ਨੇ ਸੇਵਾ ਕਰਨ ਦੇ ਲਈ। ਤਾਂ ਚੰਗੇ ਲੇਖੇ ਲਾਇਓ, ਇੱਥੇ ਜ਼ਰੂਰਤ ਹੈ। ਬਹੁਤ ਸਾਰੇ ਪਰਿਵਾਰ ਇੱਥੇ ਰਹਿੰਦੇ ਨੇ, ਇੱਕ ਛੋਟਾ ਜਿਹਾ ਪਰਿਵਾਰ ਬਣਿਆ ਹੋਇਆ ਹੈ, ਪਰ ਇਹਨਾਂ ਦੀ ਦਵਾਈ ਦੇ ਲਈ, ਦਾਰੂ ਦੇ ਲਈ ਇਹਨਾਂ ਨੂੰ ਬਹੁਤ ਜ਼ਰੂਰਤ ਵੀ ਹੈਗੀ ਆ। ਦੂਜੇ ਪਾਸੇ ਉੱਪਰ ਹਾਲੇ ਬਿਲਡਿੰਗ ਵੀ ਹੋਰ ਤਿਆਰ ਹੋ ਰਹੀ ਹੈ ਕਿ ਜੇਕਰ ਕੋਈ ਹੋਰ ਇਹਨਾਂ ਨੂੰ ਘਰ ਤੋਂ, ਜਿਨ੍ਹਾਂ ਨੇ ਆਪਣਿਆਂ ਨੇ ਹੀ ਦੁਰਕਾਰ ਦਿੱਤਾ ਹੈ, ਘਰੋਂ ਕੱਢ ਦਿੱਤਾ ਹੈ, ਠੋਕਰ ਮਾਰ ਦਿੱਤੀ ਹੈ, ਉਹ ਇਸ ਦਰਵਾਜ਼ੇ 'ਤੇ ਜ਼ਰੂਰ ਆ ਸਕਦੇ ਨੇ। ਇਹ ਰਾਏਕੋਟ ਦੇ ਵਿੱਚ ਪੈਂਦਾ ਹੈ,
ਹੈ ਰਾਏਕੋਟ ਬਰਨਾਲਾ ਚੌਂਕ ਹੈ ਤੇ ਉੱਥੇ ਹੀ ਤੁਸੀਂ ਨਿਸ਼ਕਾਮ ਬਿਰਧ ਆਸ਼ਰਮ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਹੁਣ ਤੁਹਾਡੇ ਤੁਸੀਂ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।